हाँ जी, गुड आफ्टरनून। लास्ट क्लास 'ਚ ਆਪਾਂ ਡਿਸਕਸ ਕਰ ਰਹੇ ਸੀਗੇ ਐਟਮ ਦੇ ਰੇਡੀਅਸ ਬਾਰੇ। ਆਪਾਂ ਇਹ ਕੁਝ ਚੀਜ਼ਾਂ ਪੜ੍ਹੀਆਂ ਸੀਗੀਆਂ ਵੀ ਐਟਮ ਦਾ ਰੇਡੀਅਸ ਕਿਉਂ ਮੈਜਰ ਕਰਨਾ ਬਹੁਤ ਮੁਸ਼ਕਿਲ ਹੈ ਔਰ ਐਟਮ ਦੇ ਰੇਡੀਅਸ ਦੇ ਅੰਦਰ ਕਿੰਨੀਆਂ ਪਾਰਟੀਸ਼ਨਸ ਹੈ, ਉਹਨੂੰ ਕਈ ਤਰ੍ਹਾਂ ਨਾਲ ਸਟੱਡੀ ਕੀਤਾ ਜਾ ਸਕਦਾ ਹੈ। ਠੀਕ ਹੈ, ਜਿਹਦੇ ਅੰਦਰ ਅਸੀਂ ਪੜ੍ਹਿਆ ਸੀਗਾ ਆਇਨਿਕ ਰੇਡੀਅਸ, ਕੋਵਲੈਂਟ ਰੇਡੀਅਸ, ਵੌਂਡਰ ਵਾਲ ਰੇਡੀਅਸ, ਮੈਟੈਲਿਕ ਰੇਡੀਅਸ। ਇੱਕ ਲਾਸਟ ਤਰ੍ਹਾਂ ਦਾ ਰੇਡੀਅਸ ਰਹਿ ਗਿਆ ਸੀਗਾ ਜਿਹਨੂੰ ਆਪਾਂ ਅੱਜ ਡਿਸਕਸ ਕਰਨਾ ਹੈ। ਔਰ ਨਾਲ ਹੀ ਇੱਕ ਟਰੈਂਡ ਹੋਰ ਆਪਾਂ ਬਹੁਤ ਇੰਪੋਰਟੈਂਟ ਟਰੈਂਡ ਅੱਜ ਹੋਰ ਪੜ੍ਹਨਾ, ਉਹ ਹੈਗਾ ਆਇਓਨਾਈਜੇਸ਼ਨ ਇੰਥੈਲਪੀ। ਤਾਂ ਪਹਿਲਾਂ ਆਪਣਾ ਜਿਹੜਾ ਲਾਸਟ ਤਰ੍ਹਾਂ ਦਾ ਰੇਡੀਅਸ ਹੈ ਉਹਨੂੰ ਆਪਾਂ ਕਵਰ ਕਰਦੇ ਹਾਂ। ਤਾਂ ਹੈਡਿੰਗ ਲਿਖ ਲਓ ਆਇਓਨਿਕ ਰੇਡੀਅਸ, ਹੈਡਿੰਗ ਲਿਖ ਲਓ ਆਇਨਿਕ ਰੇਡੀਅਸ। ਠੀਕ ਹੈ, ਨਾਮ ਤੋਂ ਹੀ ਪਤਾ ਲੱਗ ਰਿਹਾ ਰੇਡੀਅਸ ਜਾਂ ਰੇਡੀਆਈ ਲਿਖ ਸਕਦੇ ਹੋ। ਠੀਕ ਹੈ, ਨਾਮ ਤੋਂ ਹੀ ਪਤਾ ਲੱਗ ਰਿਹਾ ਕਿ ਜਦੋਂ ਆਇਨਿਕ ਬੌਂਡ ਹੋਏਗੀ ਕਿਸੇ 'ਚ, ਠੀਕ ਹੈ, ਆਇਨਿਕ ਬੌਂਡ ਕਿਹੜੀ ਹੁੰਦੀ ਹੈ, ਇੱਕ ਕੈਟਾਇਨ ਔਰ ਇੱਕ ਐਨਾਇਨ ਦੇ ਅੰਦਰ ਜਿਹੜੀ ਬੌਂਡ ਹੁੰਦੀ ਹੈ ਉਹਨੂੰ ਆਇਨਿਕ ਬੌਂਡ ਬੋਲਦੇ ਨੇ। ਤਾਂ ਜਦੋਂ ਕਿਸੇ 'ਚ ਆਇਨਿਕ ਬੌਂਡ ਬਣੀ ਹੋਏਗੀ, ਉਸ ਆਇਨਿਕ ਬੌਂਡ ਦੇ ਅੰਦਰ ਉਹਦਾ ਕਿੰਨਾ ਰੇਡੀਅਸ ਹੋਏਗਾ ਉਹਨੂੰ ਆਇਨਿਕ ਰੇਡੀਅਸ ਬੋਲਿਆ ਜਾਏਗਾ। ਠੀਕ ਹੈ, ਹੁਣ ਆਇਨਿਕ ਬੌਂਡ ਇੱਕ ਕੈਟਾਇਨ ਔਰ ਐਨਾਇਨ ਦੇ ਅੰਦਰ ਹੁੰਦੀ ਹੈ। ਮੰਨ ਕੇ ਚੱਲਦੇ ਹਾਂ ਇੱਕ ਕੈਟਾਇਨ ਹੈ A ਪੋਜ਼ੀਟਿਵ, ਇੱਕ ਐਨਾਇਨ ਹੈ B ਨੈਗੇਟਿਵ, ਹੈ ਨਾ। ਤਾਂ ਉਹ ਕੈਟਾਇਨ ਦਾ ਆਪਣਾ ਰੇਡੀਅਸ ਹੋਏਗਾ, ਐਨਾਇਨ ਦਾ ਆਪਣਾ ਰੇਡੀਅਸ ਹੋਏਗਾ, ਕਿਉਂਕਿ ਕੈਟਾਇਨ ਔਰ ਐਨਾਇਨ ਦਾ ਸਾਈਜ਼ ਸੇਮ ਨਹੀਂ ਹੁੰਦਾ। ਠੀਕ ਹੈ ਨਾ, ਕੈਟਾਇਨ ਦਾ ਜਨਰਲੀ ਛੋਟਾ ਹੁੰਦਾ ਹੈ, ਐਨਾਇਨ ਦਾ ਸਾਈਜ਼ ਜਨਰਲੀ ਬੜਾ ਹੁੰਦਾ ਹੈ। ਤਾਂ ਆਇਨਿਕ ਰੇਡੀਅਸ ਕੀ ਹੈ ਕਿ ਕੈਟਾਇਨ ਦਾ ਆਪਣਾ ਇੱਕ ਆਇਨਿਕ ਰੇਡੀਅਸ ਹੈ, ਐਨਾਇਨ ਦਾ ਆਪਣਾ ਇੱਕ ਆਇਨਿਕ ਰੇਡੀਅਸ ਹੈ। ਜਿਵੇਂ ਆਪਾਂ ਪਿਛਲੀ ਵਾਰੀ ਕਰਿਆ ਸੀਗਾ ਕੋਵਲੈਂਟ ਕੰਪਾਊਂਡ 'ਚ, ਆਪਾਂ ਕੀ ਕਰਦੇ ਸੀਗੇ ਵੀ ਟੋਟਲ ਦੋਨਾਂ ਦੇ ਸੈਂਟਰ ਦਾ ਡਿਸਟੈਂਸ ਲੱਭ ਲਿਆ, ਉਹਦਾ ਹਾਫ ਕਰ ਲਿਆ। ਪਰ ਆਪਾਂ ਆਇਨਿਕ 'ਚ ਐਵੇਂ ਨਹੀਂ ਕਰ ਸਕਦੇ, ਕਿਉਂਕਿ ਕੈਟਾਇਨ ਦਾ ਸਾਈਜ਼ ਛੋਟਾ ਹੈ, ਐਨਾਇਨ ਦਾ ਸਾਈਜ਼ ਬੜਾ ਹੈ। ਤਾਂ ਐਗਜ਼ੈਕਟਲੀ ਹਾਫ ਕਰਨ ਦੇ ਨਾਲ ਉਹ ਸਹੀ ਆਨਸਰ ਨਹੀਂ ਮਿਲੇਗਾ ਸਾਨੂੰ। ਤਾਂ ਇਸ 'ਚ ਐਵੇਂ ਕੁਝ ਹਾਫ ਨਹੀਂ ਕਰਿਆ ਜਾਂਦਾ। ਪਹਿਲਾਂ ਇਹਦੀ ਡੈਫੀਨੇਸ਼ਨ ਲਿਖਦੇ ਹਾਂ, ਫਿਰ ਮੈਂ ਡਾਇਗਰਾਮੈਟਿਕਲੀ ਇਹਨੂੰ ਐਕਸਪਲੇਨ ਵੀ ਕਰਦਾ। ਦੇਖੋ ਮਾੜਾ ਜਿਹਾ, the effective distance from center of the nucleus, the effective distance from center of the nucleus of ion up to which the effective distance from the the effective distance from the center of the nucleus of the ion up to which it has influence in the ionic bond is known as ionic radius। ਕਹਿੰਦਾ ਕਿਸੇ ਵੀ ਆਇਨ ਦਾ ਇਫੈਕਟਿਵ ਡਿਸਟੈਂਸ ਕਿੰਨਾ ਕੁ ਹੈ ਜਿੱਥੋਂ ਦੂਜਾ ਆਇਨ ਸ਼ੁਰੂ ਹੁੰਦਾ ਹੈ। ਮੈਂ ਇਹਦਾ ਮਤਲਬ ਸਮਝਾਉਣਾ। ਮੰਨ ਲਓ ਮੇਰੇ ਕੋਲ ਇੱਕ ਆਇਨਿਕ ਬੌਂਡ ਬਣੀ ਹੋਈ ਹੈ A ਪੋਜ਼ੀਟਿਵ ਔਰ B ਨੈਗੇਟਿਵ ਦੇ ਵਿੱਚ, ਜਿਹਦੇ ਅੰਦਰ A ਪੋਜ਼ੀਟਿਵ ਓਬਵੀਅਸਲੀ ਪੋਜ਼ੀਟਿਵ ਚਾਰਜ ਹੈ ਤਾਂ ਕੈਟਾਇਨ ਹੈ, ਔਰ B ਨੈਗੇਟਿਵ ਚਾਰਜ ਹੈ ਤਾਂ ਐਨਾਇਨ ਹੈ ਨਾ। ਮੈਨੂੰ ਮੰਨ ਕੇ ਚੱਲਦਾ ਹੁਣ ਕੈਟਾਇਨ ਜਨਰਲੀ ਛੋਟੇ ਹੁੰਦੇ ਨੇ, ਇਹਦਾ ਵੀ ਰੀਜ਼ਨ ਆਪਾਂ ਅੱਜ ਹੀ ਪੜਾਂਗੇ, ਹਾਲੇ ਸਿਰਫ ਨੋਟ ਕਰੋ। ਦੇਖੋ ਆ ਮੇਰੇ ਕੋਲ ਕੈਟਾਇਨ ਹੈ, ਇਹਦੇ ਨਾਲ ਇੱਕ ਐਨਾਇਨ ਜੁੜਿਆ ਹੋਇਆ ਹੈ ਨਾ। ਆ A ਪੋਜ਼ੀਟਿਵ ਹੈ, B ਨੈਗੇਟਿਵ ਹੈ। ਹੁਣ ਦੇਖੋ ਇਹ ਤਾਂ ਹੈ ਨਹੀਂ ਕਿ ਮੈਂ ਇਹਦੇ ਸੈਂਟਰ ਤੋਂ ਇਹਦੇ ਸੈਂਟਰ ਤੱਕ ਦਾ ਡਿਸਟੈਂਸ ਕੱਢ ਕੇ ਉਹਦਾ ਹਾਫ ਕਰਦਾ, ਫਿਰ ਤਾਂ ਕੈਟਾਇਨ ਕੁਝ ਜ਼ਿਆਦਾ ਹੀ ਬੜਾ ਸੋਚ ਲਾਂਗੇ ਆਪਾਂ, ਐਨਾਇਨ ਛੋਟਾ ਸੋਚਾਂਗੇ, ਜਿਹੜਾ ਕਿ ਗਲਤ ਹੈ। ਤਾਂ ਆਪਾਂ ਇਸ ਦੇ ਸੈਂਟਰ ਤੋਂ ਲੈ ਕੇ ਇਸ ਜਿੱਥੇ ਤੱਕ ਦੂਜਾ ਆਇਨ ਸ਼ੁਰੂ ਹੋ ਰਿਹਾ ਹੈ ਉਹ ਡਿਸਟੈਂਸ ਨੂੰ ਇਹਦਾ ਰੇਡੀਅਸ ਬੋਲਾਂਗੇ, ਜਿਵੇਂ ਰੇਡੀਅਸ ਆਫ A ਪੋਜ਼ੀਟਿਵ। ਔਰ ਇਹਦੇ ਸੈਂਟਰ ਤੋਂ ਲੈ ਕੇ ਜਿੱਥੇ ਤੱਕ ਦੂਸਰਾ ਇਹ ਐਨਾਇਨ ਹੈ, ਤਾਂ ਜਿੱਥੇ ਤੱਕ ਕੈਟਾਇਨ ਸ਼ੁਰੂ ਹੋ ਰਿਹਾ ਹੈ ਉਹਦੇ ਰੇਡੀਅਸ ਨੂੰ ਰੇਡੀਅਸ ਆਫ ਐਨਾਇਨ ਬੋਲਾਂਗੇ। ਯਾਨੀ ਕਿ ਜਿਹੜਾ ਟੋਟਲ ਇੰਟਰਨਿਊਕਲੀਅਰ ਡਿਸਟੈਂਸ ਦੋਨਾਂ ਦੇ ਸੈਂਟਰ 'ਚ ਜਿਹੜਾ ਡਿਸਟੈਂਸ ਹੈ, ਇਹ ਕੈਟਾਇਨ ਦੇ ਰੇਡੀਅਸ ਔਰ ਐਨਾਇਨ ਦੇ ਰੇਡੀਅਸ ਦਾ B ਨੈਗੇਟਿਵ ਦਾ ਸਮ ਹੈ। ਠੀਕ ਹੈ ਨਾ, ਇੱਥੋਂ ਲੈ ਕੇ ਇਸ ਦੇ ਸੈਂਟਰ ਤੋਂ ਲੈ ਕੇ ਇੱਥੇ ਤੱਕ ਕੈਟਾਇਨ ਹੈ ਜੀ, ਤਾਂ ਕੈਟਾਇਨ ਦਾ ਰੇਡੀਅਸ ਇੰਨਾ ਹੋ ਗਿਆ, ਔਰ ਅੱਗੇ ਤੱਕ ਇਹਦੇ ਸੈਂਟਰ ਤੱਕ ਐਨਾਇਨ ਹੈ, ਐਨਾਇਨ ਦਾ ਰੇਡੀਅਸ ਆ ਹੋ ਗਿਆ। ਠੀਕ ਹੈ, ਕੈਟਾਇਨਸ ਜਨਰਲੀ ਛੋਟੇ ਹੁੰਦੇ ਹੈ। ਪਹਿਲਾਂ ਇੱਕ ਵਾਰੀ ਇੰਨਾ ਪਾਰਟ ਨੋਟ ਕਰੋ ਫਟਾਫਟ ਜੋ ਮੈਂ ਬਣਾਇਆ। ਨੋਟ ਕਰ ਲਿਆ ਜੀ। ਠੀਕ ਹੈ, ਹੁਣ ਕੁਝ ਇੰਪੋਰਟੈਂਟ ਪੁਆਇੰਟਸ ਹੈ ਇਹਦੇ ਅੰਦਰ। ਇਹ ਤਾਂ ਸਮਝ ਆ ਗਿਆ ਨਾ ਕਿ ਆਇਨਿਕ ਰੇਡੀਅਸ ਨੂੰ ਆਪਾਂ ਇੱਦਾਂ ਨਹੀਂ ਵੀ ਡਾਇਰੈਕਟ ਜੀ ਟੋਟਲ ਕਰਿਆ ਉਹਦਾ ਹਾਫ ਕਰਤਾ, ਕਿਉਂਕਿ ਕੈਟਾਇਨ ਐਨਾਇਨ ਦੇ ਸਾਈਜ਼ 'ਚ ਬਹੁਤ ਡਿਫਰੈਂਸ ਹੁੰਦਾ ਹੈ। ਠੀਕ ਹੈ, ਹੁਣ ਜਿਹੜਾ ਕੈਟਾਇਨ ਹੈ, ਇਹ ਮੰਨ ਲਓ A ਪੋਜ਼ੀਟਿਵ ਹੈ,
ए पॉजिटिव किसी एटम तो ही बनया होया ना, एटम ने इलैक्ट्रॉन लूज किया तो वो कैटायन बन गया। सिमिलरली बी नैगेटिव भी किसी बी एटम तो बनया होया, बी एटम ने इलैक्ट्रॉन गेन करे तो वो एनायन बन गया, है ना। हुण हुंदा की है कि जिहड़े कैटायन हुंदे ने ये अपने एटम के नालों छोटे साइज़ च हुंदे ने। मतलब अगर मैं सोडियम की एग्जाम्पल लवां तो सोडियम एटम का साइज़ बड़ा होएगा, पर जिहड़ा सोडियम का कैटायन बनता है यानी कि Na पॉजिटिव उसका साइज़ छोटा होएगा। कैटायनस आर ऑलवेज स्मॉलर, ठीक है। मान लो मैगनीशियम है, मैगनीशियम एटम है, न्यूट्रल फॉर्म च है, उसका साइज़ बड़ा होएगा, पर जिहड़ा मैगनीशियम पॉजिटिव है उसका साइज़ छोटा होएगा। कैटायन का साइज़ हमेशा छोटा होंदा है, वो क्यों है, ठीक है। ये पहला इनू आपां एक बारी मैं पॉइंट्स की फॉर्म च ही लिखवाना, पॉइंट लिखो फटाफट। रेडियस ऑफ कैटायन, रेडियस ऑफ कैटायन is always smaller than parent atom। कैटायन का रेडियस हमेशा पेरेंट एटम मतलब जिस तो वो बनया होया है ना, जिमें Na पॉजिटिव कैटायन सोडियम तो बने हैं, Cl नेगेटिव या Mg2 पॉजिटिव कैटायन Mg तो बने हैं, तो पेरेंट एटम हो गया Mg, सही। तो रेडियस ऑफ कैटायन इज ऑलवेज स्मॉलर दैन पेरेंट एटम। वह मैं मतलब समझाना एवं क्यों होया, मैं जिमें एग्जाम्पल लैके चलदा, ठीक है। हुण मैं सोडियम नूं और सोडियम पॉजिटिव नूं कंपेयर करदा। अगर सोडियम के अंदर देखा जाए तो सोडियम के अंदर की हुंदा है, सोडियम के अंदर हुंदे ने जी 11 प्रोटॉन, 11 इलैक्ट्रॉन और 12 न्यूट्रॉन, है ना। ਜਿਹੜਾ सोडियम पॉजिटिव है, पॉजिटिव का मतलब एक इलैक्ट्रॉन घट गया, बाकी किसी चीज़ में कोई फर्क नहीं पिया, तो सोडियम पॉजिटिव के अंदर प्रोटॉन उन्ने ही होणगे 11 प्रोटॉन, पर इलैक्ट्रॉन इस बार 10 होणगे, न्यूट्रॉन उन्ने ही ने, सही है। तो अगर सोडियम नूं देखो, सोडियम च 11 प्रोटॉन मिलके 11 इलैक्ट्रॉन नूं अपने वाल खिंच रहे हैं, प्रोटॉन सेंटर च हुंदे ने ना, तो सेंटर च 11 प्रोटॉन मिलके 11 इलैक्ट्रॉन नूं खिंच रहे हैं, हर एक प्रोटॉन हर एक इलैक्ट्रॉन नूं खिंच रहा, अप्रोक्सीमेटली एवं सोच के चलो, ठीक है, एवं एग्जैक्टली नहीं हुंदा। ये अंदर सोडियम पॉजिटिव के अंदर जिमें ये कैटायन बनिया, हुण प्रोटॉन नहीं बदले पर इलैक्ट्रॉन घट गए, हुण 11 प्रोटॉन मिलके 10 इलैक्ट्रॉन नूं खिंच रहे हैं। एक गल देखो, जो ये कैटायन बनिया तो नंबर ऑफ प्रोटॉन वध गए, ठीक है, इन टर्म्स ऑफ इलैक्ट्रॉन एज कंपेयर टू इलैक्ट्रॉन्स। इत्थे 11 जने मिल के 11 नूं एक तरह नाल एवें सोच के चलो भी जिवें टग ऑफ वॉर हुंदा है, तो इधर 11 जने मिल के 11 जणिਆਂ ਨੂੰ अपने वाल खिंच रहे हैं, पर दूजे केस 'ਚ 11 जने मिल के 10 जणिਆਂ ਨੂੰ अपने वाल खिंच रहे हैं, तो ये 11 जणिਆਂ की फोर्स ज़्यादा है, तो यह मतलब जो न्यूक्लीयस है ये इलैक्ट्रॉन ਨੂੰ अपने वाल खिंचेगा। तो जो इलैक्ट्रॉन नेड़े जाणगे, सिंपल जी गल है, एटम के साइज़ से क्या फर्क पाएगा। ये एटम का साइज़ की होंदा है, सेंटर तो जी आखिरी इलैक्ट्रॉन कितना दूर है ना। हुण जे आखिरी इलैक्ट्रॉन ही नेड़े जे आ गया, क्योंकि 11 इस बार प्रोटॉन मिल के ज़्यादा जोर ला रहे हैं, तो इलैक्ट्रॉन नेड़े आ जाएगा तो साइज़ छोटा हो जाएगा। ये गल समझ आई। जब मैं एक होर इलैक्ट्रॉन उड़ा देना है, 9 इलैक्ट्रॉन रह जाएंगे, प्रोटॉन हले भी उन्ने ही ने, तो प्रोटॉन होर ज़्यादा वध गए तो वह होर नेड़े ले आएंगे। एवें ही ना किसी एटम चो जिन्ने भी इलैक्ट्रॉन उड़ाते जाओगे, प्रोटॉन वधी जाएंगे, वह साइज़ घटी जाएगा, साइज़ होर छोटा होंदा जाएगा। इसी रीजन करके आप कहने हैं कि रेडियस ऑफ कैटायन इज़ ऑलवेज स्मॉलर दैन द पेरेंट एटम, कि जिहड़ा मेन एटम है जिमें जिमें कैटायन बनी जाएगा, इलैक्ट्रॉन लूज करी जाएगा, उसका साइज़ छोटा होंदा जाएगा। हुण सर इनू बुक की लैंगुएज किवें लिखना है। बुक की लैंगुएज एवें तो कह नहीं सकते कि जी जस्ट लाइक टग ऑफ वॉर या इदां दा कुछ। ये जिहड़ी प्रोटॉन मिलके इलैक्ट्रॉन नूं खिच्चदे हैं ना, इनू बोलते हैं न्यूक्लीयर चार्ज, भी न्यूक्लीयस च कितनी पावर है अपने वाल खिंचण की, या सही मायनिਆਂ 'ਚ बोलो तो इफैक्टिव न्यूक्लीयर चार्ज। हुण दोनों के विचों किस च इलैक्ट्रॉन नूं खिंचण की पावर ज़्यादा है, नीचे वाले सोडियम पॉजिटिव च, तो आप कहांगे सोडियम पॉजिटिव का इफैक्टिव न्यूक्लीयर चार्ज इज़ मोर। तो सोडियम पॉजिटिव मिल के ਜਿਹੜੇ 11 प्रोटॉन मिल के ने वो 10 इलैक्ट्रॉन ਨੂੰ ज़्यादा अच्छी तरह नाल खिंच रहे हैं, तो इलैक्ट्रॉन अंदर आई जा रहे हैं, यानी कि साइज़ छोटा हो ही जा रहा है। ठीक है ना, ये गल समझ आ रही है। ये पहले एक बार इन्नी चीज़ नोट करो फटाफट, ऐसे लिख लो, ये नाल ही पहले एक बार इन्ना फटाफट नोट करो, फिर मैं पॉइंट लिखाना। ठीक है, भावें इन्ना पार्ट अंडरलाइन भी कर दो। ठीक है, ऐसे पॉइंट लिखो फटाफट। इन Na पॉजिटिव in Na positive
ड्यू टू रिमूवल ऑफ वन इलेक्ट्रॉन in Na positive due to removal of one electron, the effective nuclear charge increases. Effective in Na positive due to loss of one electron, the effective nuclear charge increases. ब्रैकेट च लिख लियो न्यूक्लीयर पुल, न्यूक्लीयर अपने वाल खिंच रहा ना, पुल पुश पुल कर रहे अपने वाल खिंच रहे, ब्रैकेट च लिख लियो न्यूक्लीयर पुल इंक्रीजेस, इफेक्टिव न्यूक्लियर चार्ज इंक्रीजेस, ब्रैकेट से लिख लियो न्यूक्लियर पुल इंक्रीजेस ड्यू टू विच साइज ऑफ आयन डिक्रीजेस, ड्यू टू विच साइज ऑफ आयन डिक्रीजेस। ठीक है ना, जिमें जिमें इलैक्ट्रॉन किसी च घटते जाएंगे साइज छोटा होंदा जाएगा। जे प्रोटॉन जे पेरेंट एटम सेम मान के चलदा मैं, ठीक है। एक छोटा जिहा आ पॉइंट लिख लेना इत्थे तुसीं अपना, एक छोटा जिहा क्वेश्चन दे नाल करदे हैं। क्वेश्चन लिखो कंपेयर साइज। चलो पहला पार्ट Mg और Mg पॉजिटिव। हाँ जी, Mg के अंदर की होएगा 12 प्रोटॉन 12 इलैक्ट्रॉन, Mg पॉजिटिव के अंदर होएगा 12 प्रोटॉन पर 11 इलैक्ट्रॉन। तो 12 प्रोटॉन मिलके 11 इलैक्ट्रॉन को ज़्यादा बैटर तरीके नाल खिंचणगे अपने वाल, तो साइज़ छोटा हो जाएगा। चलो जी, पेरेंट एटम का साइज़ बड़ा है कि टाइम का साइज़ छोटा है, सही है। अच्छा एक दूजा क्वेश्चन भी लिख लेने हैं, Mg पॉजिटिव Mg2 पॉजिटिव। हुण कंपेयर करते हैं, एक इलैक्ट्रॉन होर घट गया तो इफेक्टिव न्यूक्लीयर चार्ज होर वध गया, साइज़ होर छोटा हो गया। तो सब तो ज़्यादा साइज़ होएगा पेरेंट एटम का, सब तो बड़ा होएगा पेरेंट एटम कि टाइम थोड़ा जिहा छोटा, एक होर इलैक्ट्रॉन गया होर छोटा, तो इस तरह नाल ऑर्डर चलेगा। पॉइंट समझ आया कि नहीं आया? तीसरे नंबर पर चलते हैं। अच्छा Al पॉजिटिव Al2 पॉजिटिव Al3 पॉजिटिव। हाँ जी, क्या होएगा? पेरेंट एटम का साइज सब तो बड़ा, एक इलैक्ट्रॉन घट गया प्रोटॉन वो नहीं रहे, ठीक है। 2 इलैक्ट्रॉन घट गए प्रोटॉन वो नहीं रहे, साइज इस तरह नाल ऑर्डर चलेगा। पॉइंट समझ आया ना? तो बहुत ईजिली ये क्वेश्चन हो जाते हैं। और जो पूछा जाए भी कि टाइम का साइज हमेशा छोटा क्यों होंगे, तो सिंपली कह देना जी कि टाइम के अंदर एक इलैक्ट्रॉन घट होंगे, सो इफेक्टिव न्यूक्लीयर चार्ज इज मोर, तो एटम न्यूक्लीयस इलैक्ट्रॉन को नेड़े खिंच लेंदा, साइज छोटा हो जाता है। फटाफट नोट करो इनू। ठीक है जी। अच्छा जिमें कैटाइन हमेशा छोटा होंदा है, एनायन उल्टा होंदा है, एनायन हमेशा पेरेंट एटम तो बड़ा होएगा, ठीक है ना। उसका भी रीजन लिखो, उसका भी रीजन मैं समझाना, पहले एक बार इनू नोट कर लेने। अगला पॉइंट लिखो फटाफट, रेडियस ऑफ एनायन, रेडियस ऑफ एनायन इज ऑलवेज लार्जर देन पेरेंट एटम। रेडियस ऑफ एनायन इज ऑलवेज लार्जर देन पेरेंट एटम, ठीक है। मैं जिवें एक एग्जाम्पल लेना है, मान लो मेरे को Cl और Cl माइनस ਨੂੰ कंपेयर कर रहा। ਹੁਣ क्लोरीन 17वें नंबर पर होएगा, तो ये कोल होणगे 17 प्रोटॉन 17 इलैक्ट्रॉन, ठीक है। और जे मान लो 35 वाला है तो 18 न्यूट्रॉन, इदा मन के चलते हैं, ठीक है जी। ਹੁਣ Cl माइनस है, माइनस मतलब एक इलैक्ट्रॉन नवा आ गया, प्रोटॉन उन्ने ही रहे 17, इलैक्ट्रॉन हूँ 17 की जगह पर 18 हो गए, न्यूट्रॉन सेम ने, ठीक है। हुण देखो इत्थे 17 प्रोटॉन मिल के 17 इलैक्ट्रॉन को अपने वाल खिंच रहे थे, है ना। इत्थे 17 प्रोटॉन मिल के 18 इलैक्ट्रॉन को खिंच रहे हैं, तो किस साइड ज़्यादा हो गए? इलैक्ट्रॉन वाली साइड ज़्यादा हो गए। इस बार पुल उन्ना स्ट्रोंग नहीं रहेगा क्योंकि दूजी साइड पर ज़्यादा केसेस आ गए। पॉइंट समझ आ रहे हैं ना? बिल्कुल टग ऑफ वार वांगू इन्हें सोच के चलो, ठीक है। अब प्रोटॉन मिल के न्यूक्लीयस वाल खिंच रहे हैं, इलैक्ट्रॉन मिल के बाहर जाना चाहते हैं, इदा सोच के चलो, ठीक है। तो इतने 17 एक साइड ने 17 दूजी साइड ने बराबर की खिंच पै रही है, बट इधर 17 एक साइड ने दूजी साइड 18 हो गए, तो जोड़े 18 ने उन्होंने पावर ज़्यादा होएगी, तो इलैक्ट्रॉन थोड़ा जिहा दूर चले जाएंगे, थोड़ा जिहा अपने वाल चले जाएंगे, तो साइज़ की हो जाएगा, वध जाएगा, ठीक है ना। या इनू सिंपल पहला वाली लैंगुएज कहीए, हम पिछले केस
प्रोटॉन वध गए सीगे तो पुल वध गया सी, इफैक्टिव न्यूक्लीयर चार्ज वध गया सी। इस बार इलैक्ट्रॉन वध गए तो पुल घट गया, यानी कि इफैक्टिव न्यूक्लीयर चार्ज घट गया। अगर एक इलैक्ट्रॉन होर आ जाता तो इलैक्ट्रॉन वाली साइड होर एक बंदा ऐड हो जाता ना, तो फिर उन्होंने इलैक्ट्रॉन वाली साइड में होर वध जाता, साइज़ होर बड़ा हो जाता। ठीक है ना, सिंपल जिहा फंडा है। जिन्ने जिन्ने इलैक्ट्रॉन ऐड हो जाएंगे सेम एटम के अंदर साइज़ बढ़ता जाएगा, जिन्ने जिन्ने इलैक्ट्रॉन निकली जाएंगे सेम एटम का साइज़ घटता जाएगा। ठीक है ना, तो ये अंदर पहला फटाफट आ वाले एग्जाम्पल लिखो, इतने कंपेयर कर लें आप इन्होंने दोनों को। ये बाद ये पॉइंट भी लिख लो। इतने वीडियो का यह फायदा रहता, तुम वीडियो को पॉज करके आराम नाल नोट कर सकते हो। ठीक है, देखियो माड़ा जा, द एनायन इज फॉर्म्ड बाय एडिशन ऑफ, anion is formed, anion is formed by addition of one or more electrons ठीक है। आगे लिखो, as number of protons remain same, as number of protons remain same but number of electrons increases, as number of protons remain same, प्रोटॉन च तो फर्क पैंदा ही नहीं, ठीक है, पर इलैक्ट्रॉन बढ़ गया, बट नंबर ऑफ इलैक्ट्रॉन इंक्रीजेस, therefore इफैक्टिव न्यूक्लीयर चार्ज डिक्रीजेस। इफैक्टिव न्यूक्लीयर चार्ज दसदा भी प्रोटॉन किन्ना क पुल कर, प्रोटॉन किन्ना क खिंच रहे हैं, हुण तां इलैक्ट्रॉन वधे ना, therefore इफैक्टिव न्यूक्लीयर चार्ज डिक्रीजेस, घट रहा है, इफैक्टिव न्यूक्लीयर चार्ज डिक्रीजेस ड्यू टू इंक्रीज इन इलैक्ट्रॉनिक रिपल्शन, therefore effective nuclear charge decreases due to increase in electronic repulsion. Due to this size of anion increases, इस करके एनायन का साइज़ हमेशा बड़ा होएगा। इनफैक्ट बहुत फर्क पै जाता है, ठीक है ना। सिर्फ आ क्लोरीन की ही अगर गल करी जाए, क्लोरीन जिहड़ा कल्ला क्लोरीन एटम हुंदा है उहदा रेडियस रहिंदा 99 पिकोमीटर, बट एक इलैक्ट्रॉन ऐड करन दे नाल इलैक्ट्रॉन की रिपल्शन भी होनी शुरू हो जाती है ना, तो वह साइज़ बन जाता 181 पिकोमीटर, तो इन्ना ज़्यादा फर्क पै जाता है, ठीक है ना। तो ये अंदर फिर उवें आप क्वेश्चन कर लें, कंपेयर साइज़, चलो जी कंपेयर साइज़ का की करा जाए, Cl माइनस, जिमें इलैक्ट्रॉन ऐड हो गया साइज़ बढ़ गया, चलो Cl माइनस तो ज़्यादा है। अच्छा अगर होर कोई भी एग्जाम्पल ले लो, SS माइनस S2 माइनस, सल्फाइड है, तो सल्फर ने पहला एक इलैक्ट्रॉन गेन कराया, फिर दूजा इलैक्ट्रॉन गेन कराया, जिमें जिमें इलैक्ट्रॉन गेन हो जाएंगे साइज़ वधी जाएगा, तो S-2 सब तो बड़ा इस तरह नाल आएगा जी। सिंपल जहा फंडा बिल्कुल। अच्छा PP माइनस, P2 माइनस, P3 माइनस, इदा सोच सकते हैं, तो इस तरह नाल साइज़ बढ़ जाएगा। सिंपल जी गल, फटाफट नोट कर लो। नोट कर लिया जी। अच्छा हुण ये ना एक तो दो तो क्वेश्चन आ बन गए भी कैटायन का साइज़ कंपेयर करो, एनायन का साइज़ कंपेयर करो, इस तरह नाल, ठीक है। एक होर तीसरा बनता होंगे, इत्थे नाल ही हैडिंग नहीं है, बस इहदा ही पॉइंट लिख लो, एक कंपेयरिंग साइज़ ऑफ आइसो इलैक्ट्रॉनिक स्पीशीज़, कंपेयरिंग साइज ऑफ, कोई मेजर हेडिंग नहीं है, ठीक है, कंपेयरिंग साइज ऑफ आइसो इलेक्ट्रॉनिक स्पीशीज।
ਹੁਣ ਆਈਸੋ ਇਲੈਕਟ੍ਰੋਨਿਕ ਦਾ ਕੀ ਮਤਲਬ ਹੈ? ਆਈਸੋ ਦਾ ਮਤਲਬ ਹੁੰਦਾ ਹੈ ਸੇਮ। ਆਈਸੋ ਤੁਸੀਂ ਬਹੁਤ ਵਾਰ ਸੁਣਿਆ ਹੋਣਾ, ਆਈਸੋ ਬਹੁਤ ਕਾਮਨ ਵਰਡ ਹੈ। ਆਈਸੋ ਜਿੱਥੇ ਵੀ ਲੱਗ ਗਿਆ ਮਤਲਬ ਸੇਮ। ਇਲੈਕਟ੍ਰੋਨਿਕ ਮਤਲਬ ਨੰਬਰ ਆਫ ਇਲੈਕਟ੍ਰॉन्स। ठीक है, ਹੁਣ ਤੱਕ ਆਪਾਂ ਕਹੀ ਜਾ ਰਹੇ ਸੀਗੇ ਵੀ ਜੀ ਇਲੈਕਟ੍ਰॉन ਘਟ ਗਏ, ਇਲੈਕਟ੍ਰॉन ਵੱਧ ਗਏ। ਅਗਰ ਤੁਹਾਨੂੰ ਐਗਜ਼ਾਮੀਨਰ ਕੁਐਸਚਨ ਹੀ ਇਹੋ ਜਿਹਾ ਦੇ ਦੇ ਜਿਹ 'ਚ ਨੰਬਰ ਆਫ ਇਲੈਕਟ੍ਰॉन ਬਿਲਕੁਲ ਸੇਮ ਨੇ, ਤਾਂ ਫਿਰ ਕੁਐਸਚਨ ਨੂੰ ਕਿਵੇਂ ਕਰਨਾ ਹੈ? ਠੀਕ ਹੈ, ਤਾਂ ਕੰਪੇਅਰਿੰਗ ਸਾਈਜ਼ ਆਫ ਆਈਸੋ ਇਲੈਕਟ੍ਰॉनिक ਸਪੀਸ਼ੀਜ਼। मैं जिमें कि सिंपल जी एग्जाम्पल लेना है, नैक्सट पेज कट लेना। चलो, कंपेयरिंग साइज ऑफ आइसो इलैक्ट्रॉनिक स्पीशीज़। अगर आइसो इलैक्ट्रॉनिक की डेफिनेशन आती है बिल्कुल सिंपल कि आइसो इलैक्ट्रॉनिक आर द एलीमेंट्स या कंपाउंड्स हैविंग सेम नंबर ऑफ इलैक्ट्रॉन्स, है ना। अच्छा, इलैक्ट्रॉन वध गए घट गए फिर तो आराम नाल किया जा सकता है। अगर सेम आ जाए फिर किवें करना है? बहुत सिंपल है, कोई बड़ी गल नहीं है किवें करना। देखो, मैं कोई सीधा ही क्वेश्चन तो ही स्टार्ट करदा, है ना। सिंपल जी एग्जाम्पल लेके स्टार्ट करते हैं। मान लो मैंने कंपेयर करना है, कोई भी एग्जाम्पल ले लो, एफ नैगेटिव और एन ए पॉजिटिव। मैंने इन दोनों का साइज़ कंपेयर करना है। हुण ये दोनों चीज़ां ही बिल्कुल अलग है। हाल तक तो असीं कह रहे थे इक्को पेरेंट एटम है, उन्हें गेन कर ले लूज कर ले आराम नाल हो जाएगा। ये तो चीज़ां ही बिल्कुल अलग है, एक गेन कर रहा है एक लूज कर रहा है। इसका कॉन्सैप्ट की है? देखो, ਜਦੋਂ ਵੀ ਐਵੇਂ ਦਾ ਕੋਈ ਦੋ ਰੈਂਡਮ ਐਲੀਮੈਂਟ ਦੇਗਾ ਨਾ, ਤਾਂ ਪਹਿਲੀ ਗੱਲ ਤਾਂ ਹਮੇਸ਼ਾ ਇਹਨਾਂ ਦੇ ਇਲੈਕਟ੍ਰੋਨ ਸੇਮ ਹੋਣਗੇ ਤਾਂ ਹੀ ਕੰਪੇਅਰ ਕੀਤਾ ਜਾ ਸਕਦਾ ਹੈ, ਅਦਰਵਾਈਜ਼ ਅਸੀਂ ਆਪਣੀ ਮਰਜ਼ੀ ਨਾਲ ਕੰਪੇਅਰ ਨਹੀਂ ਕਰ ਸਕਦੇ। ਹੁਣ ਜਿਹੜਾ Na ਪੋਜ਼ਿਟਿਵ ਹੈ ਇਹਦੇ ਬਾਰੇ ਸੋਚੋ। ਸੋਡੀਅਮ ਹੁੰਦਾ ਤਾਂ ਸੋਡੀਅਮ ਦੇ ਕੋਲ 11 ਪ੍ਰੋਟੋਨਸ ਹੁੰਦੇ ਨੇ, ਠੀਕ ਹੈ, ਤਾਂ Na ਪੋਜ਼ਿਟਿਵ ਕੋਲ ਵੀ 11 ਹੀ ਪ੍ਰੋਟੋਨਸ ਹੋਣਗੇ। ਪ੍ਰੋਟੋਨ ਤਾਂ ਚੇਂਜ ਨਹੀਂ ਹੁੰਦੇ, ਪਰ ਪੋਜ਼ਿਟਿਵ ਚਾਰਜ ਹੈ ਤਾਂ ਇਹਦਾ ਮਤਲਬ ਇਲੈਕਟ੍ਰੋਨ ਇੱਕ ਘੱਟ ਹੈ ਨਾ, ਤਾਂ ਇਲੈਕਟ੍ਰੋਨ ਹੋ ਗਏ ਇਸ ਕੋਲ 10। एफ नैगेटिव की गल करते हैं, फ्लोरीन 9वें नंबर पर होंगे तो ये 9 ही प्रोटॉन्स होंगे, प्रोटॉन्स तो चेंज नहीं होंगे। माइनस है मतलब इलैक्ट्रॉन एक ज़्यादा है, यानी कि इलैक्ट्रॉन हो गए 10। चैक करो दोनों के अंदर इलैक्ट्रॉन्स बिल्कुल सेम ने, है ना। इलैक्ट्रॉन्स बिल्कुल सेम ने, फर्क किस चीज़ का? फर्क हैगा इन्हां दे अंदर प्रोटॉन का, क्योंकि इलैक्ट्रॉन को अंदर को कौन खिंच रहा है? प्रोटॉन ही खिंच रहे हैं। इस फ्लोरीन के अंदर 9 प्रोटॉन मिल के, सेंटर च 9 प्रोटॉन ने, ये मिल के 10 इलैक्ट्रॉन को खिंच रहे हैं। दूजे केस च 11 प्रोटॉन मिल के 10 इलैक्ट्रॉन को खिंच रहे हैं। तो खुद सोचो बिल्कुल सिंपल जे लॉजिक के नाल कौन किधर अट्रैक्शन वाली फोर्स ज़्यादा किहड़े केस लग रही है? सैकेंड वाले केस इलैक्ट्रॉन तो बिल्कुल सेम ने, पर इस सेम नंबर ऑफ इलैक्ट्रॉन को 11 जने मिल के खिंच रहे हैं, इस सेम नंबर ऑफ इलैक्ट्रॉन को 9 जने मिल के खिंच रहे हैं, तो 11 जने मिल के ज़्यादा फोर्स ला पाएंगे। अच्छा, जो 11 प्रोटॉन ने मिल के ज़्यादा इलैक्ट्रॉन को खिंच लिया तो साइज़ से की फर्क पएगा? इलैक्ट्रॉन प्रोटॉन वाल अगर जाएंगे तो साइज़ की हो जाएगा? छोटा हो जाएगा। तो इसका मतलब Na पॉजिटिव का साइज़ छोटा है, एफ नैगेटिव का साइज़ बड़ा है। कस्टम एफ नैगेटिव ग्रेटर दैन Na पॉजिटिव, ठीक है ना। इस तो पता लगता है जोड़े आइसो इलैक्ट्रॉनिक ने इलैक्ट्रॉन हमेशा सेम रहेंगे, तो यह मतलब जिस ज़्यादा प्रोटॉन होंगे वो ज़्यादा नेड़े खिंच लेगा, जिस घट प्रोटॉन होंगे वो नेड़े नहीं खिंच पाएगा। सिंपल जी गल है, ठीक है। तो आप इनू इस तरह नाल शॉर्ट फॉर्म से लिख सकते हैं कि फॉर आइसो इलैक्ट्रॉनिक, ठीक है, साइज इज इनवर्सली प्रोपोर्शनल टू नंबर ऑफ प्रोटॉन्स। कह सकते हैं ना, सोच के देखो, जिस प्रोटॉन ज़्यादा ने उस प्रोटॉन मिलके नेड़े खिंच रहे हैं, साइज़ छोटा हो रहा है, तो जो प्रोटॉन बड़े ने साइज़ छोटा है, इनवर्सली प्रोपोर्शनल हो गए, है ना। इनवर्सली प्रोपोर्शन क्या होता है? जी एक चीज़ अगर बढ़ रही है तो दूजी घट रही है, एवं होएगा ना, एक दूजे तो उल्टा चल रहे हैं। उल्टा ही इनवर्सली प्रोपोर्शनल का मतलब यही है कि अगर प्रोटॉन बढ़नगे तो साइज़ घटेगा, पर यह सिर्फ आइसो इलैक्ट्रॉनिक वास्ते है, इनू हर जगह नहीं ला देना, ठीक है ना। अगर आइसो इलैक्ट्रॉनिक का क्वेश्चन आता है तो साइज़ पूछे तो जिस प्रोटॉन ज़्यादा ने वह साइज़ छोटा होएगा, जिस प्रोटॉन घट ने वह साइज़ बड़ा होएगा। सिंपल जा फंडा, गल भी समझ आ गई ना, क्योंकि ज़्यादा प्रोटॉन मिलके ज़्यादा फोर्स लाएंगे, साइज़ छोटा हो जाएगा, ठीक है। प्रोटॉन किधर को फोर्स ला रहे हैं? अंदर को, तो साइज़ छोटा हो गया। घट प्रोटॉन घट फोर्स लाएंगे तो अंदर को अच्छी तरह नहीं खिंच पाएंगे। सिंपल जा फंडा है, नोट करो फटाफट। लो, एक आप ये 2-3 सिंपल जो क्वेश्चन करते हैं, ठीक है। क्वेश्चन लिखने की लोड़ नहीं, सिंपली लिख लेने। कंपेयर साइज, कंपेयर साइज Mg2 पॉजिटिव, Al3 पॉजिटिव, Na पॉजिटिव। पहला क्वेश्चन देखो, है ना। अगर तुम चैक करो Mg 12 प्रोटॉन होंगे ने, 2 घट गए, तो यह है 12 प्रोटॉन 10 इलैक्ट्रॉन,
ਐਲੂਮੀਨੀਅਮ 13 ਪ੍ਰੋਟੋਨ ਹੁੰਦੇ ਨੇ, 3 ਘਟ ਗਏ यानी कि 10 ਇਲੈਕਟ੍ਰੋਨ। ਸੋਡੀਅਮ ਦੇ ਅੰਦਰ 11 ਪ੍ਰੋਟੋਨ ਹੁੰਦੇ ਨੇ, 1 ਘਟ ਗਿਆ यानी कि 10 ਇਲੈਕਟ੍ਰੋਨ। ਸਾਰਿਆਂ ਦੇ ਅੰਦਰ ਇਲੈਕਟ੍ਰੋਨ ਬਿਲਕੁਲ ਸੇਮ ਨੇ, 10 10 10। ਤਾਂ ਇਹ ਸਾਰੇ ਆਈਸੋ ਇਲੈਕਟ੍ਰੋਨਿਕ ਹੋ ਗਏ। ਔਰ ਜੇ ਆਈਸੋ ਇਲੈਕਟ੍ਰੋਨਿਕ ਹੋਣ ਤਾਂ ਬਸ ਸਿੱਧੀ ਜੀ ਗੱਲ ਹੈ, ਪ੍ਰੋਟੋਨਸ ਦਾ ਆਰਡਰ ਲਿਖ ਲੈਣਾ ਪਹਿਲਾਂ, ਨੰਬਰ ਆਫ ਪ੍ਰੋਟੋਨਸ। ਇਹਦੇ ਕੋਲ ਸਭ ਤੋਂ ਜ਼ਿਆਦਾ ਨੇ ਤਿੰਨਾਂ ਦੇ ਵਿੱਚੋਂ, ਐਲੂਮੀਨੀਅਮ ਦੇ ਕੋਲ, ਐਲੂਮੀਨੀਅਮ ਦੇ ਪ੍ਰੋਟੋਨ ਸਭ ਤੋਂ ਜ਼ਿਆਦਾ, ਉਸ ਤੋਂ ਬਾਅਦ ਮੈਗਨੀਸ਼ੀਅਮ 2 ਪੋਜ਼ੀਟਿਵ ਦੇ, ਉਸ ਤੋਂ ਬਾਅਦ ਸੋਡੀਅਮ ਪੋਜ਼ੀਟਿਵ ਦੇ। ਬਸ ਸਾइज़ ਦਾ ਆਰਡਰ ਬਿਲਕੁਲ ਉਲਟਾ ਹੈ। ਤਾਂ ਇਹਦਾ मतलब साइज़ ਦਾ क्या ਆਰਡਰ ਚੱਲੇਗਾ, ਐਲੂਮੀਨੀਅਮ ਕੋਲ ਪ੍ਰੋਟੋਨ ज़्यादा नहीं ਤਾਂ साइज़ सब तो छोटा, ਤਾਂ ਐਲੂਮੀਨੀਅਮ 3 पॉजिटिव सब तो छोटा, फिर मैग्नीशियम 2 पॉजिटिव, सब तो बड़ा कौन आ गया, सोडियम पॉजिटिव। सिंपल जी गल, आराम नाल क्वेश्चन हो जाएगा। समझ आया कि नहीं आया, नोट करी जाओ फटाफट। यूट्यूब ਤੇ ਇਹ ਫਾਇਦਾ ਰਹਿੰਦਾ ਨਾ ਕਿ ਵੀਡੀਓ ਨੂੰ ਤੁਸੀਂ ਪੌਜ਼ ਕਰਕੇ ਆਰਾਮ ਨਾਲ ਨੋਟ ਕਰ ਸਕਦੇ ਹੋ, ਕੋਈ ਨੋਟ ਕਰਨ ਦੀ ਜਲਦੀ ਨਹੀਂ ਹੈਗੀ। ਵੀਡੀਓ ਪੌਜ਼ ਕਰ ਲਿਆ ਕਰੋ, ਜਿੱਥੇ ਲੱਗਦਾ ਨੋਟ ਕਰ ਲਿਆ ਕਰੋ, ਠੀਕ ਹੈ, ਥੋੜਾ ਆਪਣਾ ਟਾਈਮ ਬਚਦਾ ਹੈ। ਸੈਕਿੰਡ ਕੁਐਸਚਨ ਵੱਲ ਚੱਲਦੇ ਹਾਂ। ਅੱਛਾ, F ਨੈਗੇਟਿਵ ਔਰ O2 ਨੈਗੇਟਿਵ, ਲਓ ਜੀ, ਹੈ ਨਾ। ਨੀਓਨ ਵੀ ਪਾ ਦਿੰਦੇ ਇਹਦੇ ਅੰਦਰ, ਚਲੋ ਤਿੰਨਾਂ ਨੂੰ ਕੰਪੇਅਰ ਕਰਨਾ, ਇੱਕ ਨਿਊਟਰਲ ਵਾਲਾ ਵੀ ਪਾ ਦਿੰਦੇ ਆ। F ਨੈਗੇਟਿਵ, F 9ਵੇਂ ਨੰਬਰ 'ਤੇ ਹੁੰਦਾ ਤਾਂ 9 ਪ੍ਰੋਟੋਨ ਨੇ, ਮਾਈਨਸ मतलब 1 ਇਲੈਕਟ੍ਰੋਨ ज़्यादा, 10 ਇਲੈਕਟ੍ਰੋਨ। ਆਕਸੀਜਨ ਦੇ ਅੰਦਰ 8 ਪ੍ਰੋਟੋਨ ਹੁੰਦੇ ਨੇ, 2 ਇਲੈਕਟ੍ਰੋਨ ज़्यादा, 10 ਇਲੈਕਟ੍ਰੋਨ। ਨੀਓਨ ਦੇ ਅੰਦਰ 10 ਪ੍ਰੋਟੋਨ ਹੁੰਦੇ ਨੇ ਔਰ 10 ਇਲੈਕਟ੍ਰੋਨ ਹੁੰਦੇ ਨੇ, ਠੀਕ ਹੈ। ਚੈੱਕ ਕਰੋ ਸਾਰਿਆਂ ਦੇ ਅੰਦਰ ਇਲੈਕਟ੍ਰੋਨ ਦੀ ਗਿਣਤੀ ਬਿਲਕੁਲ ਸੇਮ ਹੈ, ਆਈਸੋ ਇਲੈਕਟ੍ਰੋਨਿਕ। ਅੱਛਾ, ਕਿਹਦੇ ਕੋਲ ਪ੍ਰੋਟੋਨਸ ज़्यादा ਨੇ, ਚੈੱਕ ਕਰੋ ਮਾੜਾ ਜਿਹਾ। ਪ੍ਰੋਟੋਨਸ ਦਾ ਕੀ ਆਰਡਰ ਚੱਲ ਰਿਹਾ, ਨੀਓਨ ਕੋਲ ਪ੍ਰੋਟੋਨ ਸਭ ਤੋਂ ज़्यादा ਨੇ, ਉਸ ਤੋਂ ਬਾਅਦ ਫਲੋਰਾਈਡ ਕੋਲ, ਉਸ ਤੋਂ ਬਾਅਦ ਆਕਸਾਈਡ ਕੋਲ। ਸਹੀ ਹੈ ਜੀ। ਇਹਦਾ मतलब साइज़ ਦਾ क्या ऑर्डर ਚੱਲੇਗਾ ਫਿਰ, ਬਿਲਕੁਲ ਉਲਟਾ। ਤਾਂ ਨੀਓਨ ਦਾ ਸਾਈਜ਼ ਸਭ ਤੋਂ ਛੋਟਾ ਹੈ, ਫਲੋਰਾਈਡ ਦਾ ਉਸ ਤੋਂ ਬੜਾ ਹੈ, ਆਕਸਾਈਡ ਦਾ ਸਭ ਤੋਂ ਬੜਾ ਸਾਈਜ਼ ਹੈ। ਕੁਐਸਚਨ ਖਤਮ। ਜੋ ਨੰਬਰ ਆਫ ਪ੍ਰੋਟੋਨਸ ਦਾ ਆਰਡਰ ਹੋਏਗਾ ਅਗਰ ਆਈਸੋ ਇਲੈਕਟ੍ਰੋਨਿਕ ਹੈ, ਸਾਈਜ਼ ਦਾ ਬਿਲਕੁਲ ਉਲਟਾ ਆਰਡਰ 1 ਸੈਕਿੰਡ 'ਚ ਕੁਐਸਚਨ ਹੋਏਗਾ। ਨੋਟ ਕਰ ਲਓ ਫਟਾਫਟ, ਵੀਡੀਓ ਪੌਜ਼ ਕਰੋ, ਫਿਰ ਆਪਾਂ ਰੇਡੀਅਸ ਤੋਂ ਬਾਹਰ ਨਿਕਲ ਕੇ ਅੱਜ ਦੇ ਜ਼ਿਆਦਾ ਇੰਪੋਰਟੈਂਟ ਟੌਪਿਕ ਵੱਲ ਮੂਵ ਕਰੀਏ। ठीक है, तो आप इस पॉइंट तक 4 तरह के रेडियस पढ़ चुके हैं। किहड़े किहड़े, कोवलेंट रेडियस, मैटैलिक रेडियस, वॉन्डरवॉल रेडियस और आयनिक रेडियस। जिहदे अंदर वॉन्डरवॉल रेडियस ज़्यादा ही बड़े साइज़ का हुंदा है, क्योंकि वो वॉन्डरवॉल फोर्सिस के हिसाब नाल चलदा है और वॉन्डरवॉल फोर्सिस के अकॉर्डिंगली एटम्स बहुत दूर दूर होंगे हैं। तो बस जो आप टोटल का हाफ करते हैं तो थोड़ा याद ही होएगा पिछला सारा लेक्चर, है ना। तो वॉन्डरवॉल रेडियस एक्चुअल रेडियस नालों ज़्यादा होंदा है, कोवलेंट रेडियस एक्चुअल रेडियस नालों घट होंदा है। ये सारिया आप चीज़ां पढ़िया ने, ठीक है। हुण आप थोड़ा जिहा रेडियस का ट्रेंड पढ़ लैंदे आ। रेडियस के ट्रेंड कुछ खास नहीं है, ये तुसीं पहलां भी सारा कुछ पढ़ चुके हो, ठीक है। इत्थे लिख लैंदे आ ट्रेंड ऑफ रेडियस, छोटा जिहा हैडिंग ना ही लिखो, भावें इहनूं नॉर्मल पेन लिख लो, या ट्रेंड इन रेडियस भी लिख सकते हो, ऑफ रेडियस भी लिख सकते हो। ट्रेंड का मतलब हुंदा है भी वो पीरियोडिक टेबल च किवें वेरी करता है, टॉप टू बॉटम, लैफ्ट टू राइट, है ना। चलो पॉइंट्स की फॉर्म च लिखांगे। इन अ ग्रुप की हो गया टॉप टू बॉटम। हुण अगर टॉप टू बॉटम आप पीरियोडिक टेबल च मूव करते हैं, सारा असीं पढ़िया होया, जिवें जिवें नीचे आई जावांगे नंबर ऑफ शैल्स वधी जाणगे। पहले एलीमेंट कोल एक शैल हुंदा, दूसरे कोल 2, फिर 3, फिर 4। हुण जे शैल वधी जाणगे तो सिंपल जिहा फंडा है, रेडियस वधी जाएगा, है ना। तो इन अ ग्रुप सिंपली लिख लो एटॉमिक रेडियस increases from top to bottom या increases in a group on moving from top to bottom। ਇਹਦਾ ਨਾਲ रीजन भी लिख सकते हो, this is because of increase in number of shells with every successive element। हर एक एलीमेंट तो बाद एक एक शैल वधदा जांदा, तो जे शैल वधेगा तो सिंपल जी गल है साइज भी वधेगा।
ਹੁਣ ਜਿਵੇਂ ਕਈ ਵਾਰ ਇਸ ਤਰ੍ਹਾਂ ਨਾਲ ਕੁਐਸਚਨ ਆ ਸਕਦਾ ਵੀ ਜੇ ਟੌਪ ਟੂ ਬਾਟਮ ਜਾਓ ਤਾਂ ਪ੍ਰੋਟੋਨ ਵਧਣਗੇ। ਪ੍ਰੋਟੋਨ ਤਾਂ ਸਿੰਪਲ ਜੀ ਗੱਲ ਹੈ, ਵਧ ਹੀ ਰਹੇ ਨੇ ਹੈ ਨਾ। ਤਾਂ ਪ੍ਰੋਟੋਨ ਵੱਧ ਗਏ ਨੇ ਤਾਂ ਪ੍ਰੋਟੋਨ ਫਿਰ ਖਿੱਚ ਕੇ ਸਾਈਜ਼ ਨੂੰ ਛੋਟਾ ਕਿਉਂ ਨਹੀਂ ਕਰ ਲੈਂਦੇ। ਪ੍ਰੋਟੋਨ ਵੀ ਵੱਧ ਰਹੇ ਨੇ, ਸ਼ੈੱਲ ਵੀ ਵੱਧ ਰਹੇ ਨੇ। ਸ਼ੈੱਲ ਦਾ ਇਫੈਕਟ ਜ਼ਿਆਦਾ ਹੁੰਦਾ, ਦੋ ਚੀਜ਼ਾਂ ਇੱਕ ਦੂਜੇ ਦੇ ਐਂਟੀ ਚੱਲ ਰਹੀਆਂ ਨੇ ਨਾ। ਪ੍ਰੋਟੋਨ ਵੱਧ ਰਹੇ ਨੇ ਤਾਂ ਪ੍ਰੋਟੋਨ ਕਹਿ ਰਹੇ ਨੇ ਕਿ ਸਾਈਜ਼ ਛੋਟਾ ਹੋਣਾ ਚਾਹੀਦਾ, ਜਿੰਨੇ ਪ੍ਰੋਟੋਨ ਹੋਣਗੇ ਉਨਾ ਸਾਈਜ਼ ਨੇੜੇ ਆਏਗਾ। ਸ਼ੈੱਲ ਵੱਧ ਰਹੇ ਨੇ, ਸ਼ੈੱਲ ਵਧਣ ਦੇ ਨਾਲ ਸਾਈਜ਼ ਬੜਾ ਹੋਣਾ ਚਾਹੀਦਾ, ਤਾਂ ਸ਼ੈੱਲ ਵਾਲਾ ਪਾਰਟ ਡੋਮੀਨੇਟਿੰਗ ਰਹਿੰਦਾ ਟੌਪ ਟੂ ਬਾਟਮ ਜਾਂਦੇ ਹੋਏ, ਯਾਨੀ ਕਿ ਇਨੇ ਗਰੁੱਪ ਜਾਂਦੇ ਹੋਏ। ਇਹਦੇ ਇੱਕ ਐਗਜ਼ਾਮਪਲ ਲਿਖ ਲੈਂਦੇ ਹਾਂ, ਗਰੁੱਪ ਨੰਬਰ 1 ਚੱਕ ਲੈਂਦੇ ਹਾਂ। ਕਿਹੜਾ ਹੁੰਦਾ ਜੀ, ਯਾਦ ਹੈ ਨਾ, ਹਲੀਨਾ ਕੀ ਰਬ ਸੇ ਫਰਿयाद, याद है? हाइड्रोजन, लिथियम, सोडियम, पोटाशियम, रुबीडियम, सीजियम। हाँ जी, टॉप टू बॉटम है ना, टॉप ਤੇ ਹਾਈਡਰੋਜਨ ਹੁੰਦਾ, ਫਿਰ ਥੱਲੇ ਲੀਥੀਅਮ ਹੁੰਦਾ, ਫਿਰ ਸੋਡੀਅਮ ਹੁੰਦਾ, ਤਾਂ ਨੀਚੇ ਵਾਲੇ ਦਾ ਸਭ ਤੋਂ ਜ਼ਿਆਦਾ ਸਾਈਜ਼ ਹੋਏਗਾ, ਫਿਰ ਉਸ ਤੋਂ ਘੱਟ, ਫਿਰ ਉਸ ਤੋਂ ਘੱਟ, ਫਿਰ ਉਸ ਤੋਂ ਘੱਟ, ਉਸ ਤੋਂ ਘੱਟ, ਇਸ ਤਰ੍ਹਾਂ ਸਿੰਪਲ ਪਾਰਟ 'ਚ ਚੱਲੇਗਾ। ਲਿਖੋ ਫਟਾਫਟ। ठीक है, अच्छा इन्हें पीरीयड यानी कि लैफ्ट टू राइट किमें साइज़ बढ़ता है या घटता है। हुण अगर लैफ्ट टू राइट देखा जाए तो लैफ्ट टू राइट शैल नहीं बढ़ते। जिमें लीथियम लैफ्ट पीरीयड नंबर 2 चक लो, लीथियम, बेरीलियम, बोरॉन, कार्बन, नाइट्रोजन, ऑक्सीजन, फ्लोरीन, है ना, नीऑन। ये असीं नोबल गैसेस नूं कंसीडर नहीं करते कदे भी, क्योंकि नोबल गैसेस का साइज़ तो हमेशा सब तो बड़ा ही होएगा, कारण उन्हों का वॉन्डरवॉल रेडियस देखते हैं आप, है ना। तो लैफ्ट टू राइट जाते हुए शैल नहीं वध रहे, शैल सेम ने सारिਆਂ 'ਚ। जिमें सैकेंड पीरीयड 'ਚ सारिਆਂ कोल ही 2 ही शैल ने, थर्ड पीरीयड 'ਚ सारिਆਂ कोल 3 ही शैल ने। शैल नहीं वध रहे पर प्रोटोन तो वध रहे ने, है ना। हुण ग्रुप 'ਚ की हो रहा सीगा, प्रोटोन वध रहे सीगे, वो साइज़ नूं छोटा करना चाहते सी। शैल वध रहे सी, वो साइज़ नूं बड़ा करना चाहते सी। पर पीरीयड के अंदर शैल तो वध ही नहीं रहे, पर प्रोटोन वध रहे हैं, तो प्रोटोन की करनगे, साइज़ नूं छोटा करते जाएंगे। यही सिंपल जा फंडा है कि लैफ्ट टू राइट जाते हुए नंबर ऑफ शैल्स रिमेन सेम बट प्रोटोन इनक्रीजेस। और जे प्रोटोन वधणगे तो किहड़ी फोर्स वधेगी, सेंटर वाल नूं। की नाम सीगा उहदा, इफेक्टिव न्यूक्लीयर चार्ज। शाबाश, समझ आया ना। तो जिवें जिवें लैफ्ट टू राइट जाई जावांगे शैल सेम रहणगे, प्रोटोन वधी जाणगे, प्रोटोन मिल के फोर्स लगाणगे तो साइज़ नेड़े 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 आई जाएगा। ठीक है ना। तो इन्हें पीरीयड सिंपली लिख लो, ये पॉइंट लिख लो फटाफट। इन अ पीरीयड नंबर ऑफ शेल्स रिमेन सेम, in a period number of shells remain same but number of protons keeps on increasing, but number of protons keeps on increasing, due to which effective nuclear charge increases, and size या radius decreases। due to which effective nuclear charge increases and size decreases। ठीक है। तो अगर मैं एग्जांपल लवां, लीथियम, बेरीलियम, बोरॉन, कार्बन, नाइट्रोजन, ठीक है। मैं ऑक्सीजन, फ्लोरीन नहीं लिख रहा, उन्होंने एक्सैप्शनल केस होंगे, मैं हाले सिर्फ इतने तक ही लिख रहा। तो जिमें लैफ्ट टू राइट जावांगे तो प्रोटोन सब दे सॉरी शैल सब के अंदर 2 ही रहणगे, बट प्रोटोन वधदे जाणगे, यानी कि साइज़ घटता जाएगा। तो लीथियम का साइज़ सब तो बड़ा है, फिर बेरीलियम, फिर बोरॉन, फिर कार्बन। इनफैक्ट ग्रुप 1 जिहड़ा है बिल्कुल लैफ्ट ते है, वो सब तो बड़े एलीमेंट्स ने एक तरह के, तुसीं मन के चलो। ठीक है। तो जिहड़ा बिल्कुल लास्ट है ग्रुप नंबर 17, ग्रुप नंबर 18 नूं कंसीडर नहीं करते, मैं दस्सिया ना, क्योंकि उन्होंने वॉन्डरवॉल रेडियस देखते हैं तो उन्होंने रेडियस मेजर करने का तरीका ही बिल्कुल अलग है। तो जिहड़ा ग्रुप 17 है उसका साइज़ सब तो छोटा होंदा है, क्योंकि वो बिल्कुल राइट ते है ना, लैफ्ट टू राइट साइज़ घटता जाएगा। ठीक है। हुण इत्थे एक छोटी जी एक्सैप्शन है। एक्सैप्शन की हुंदा जी, जेड़ा नॉर्मल रूल चलना चाहिए उस तो हट के। हुण देखो लिथियम, बेरीलियम, बोरॉन, कार्बन, नाइट्रोजन बिल्कुल सही चल रहा है, सॉरी लिथियम, बेरीलियम, बोरॉन, कार्बन, नाइट्रोजन बिल्कुल सही चल रहा है, लैफ्ट टू राइट साइज़ घटता जा रहा है।
ਹੁਣ ਨਾਈਟ੍ਰੋਜਨ ਆਕਸੀਜਨ ਫਲੋਰੀਨ तो भी बिल्कुल उवें ही चलना चाहिए, यानी कि नाइट्रोजन तो बाद छोटा होना चाहिए ऑक्सीजन, ऑक्सीजन तो छोटा होना चाहिए फ्लोरीन। पर इत्थे साइज़ थोड़ा जिहा फर्क पै जाता है, ऑक्सीजन नाइट्रोजन तो बड़ा हो जाता है, आ एक एक्सैप्शन है। ठीक है, हुण सर एवें क्यों होया जी, ऑक्सीजन नाइट्रोजन तो बड़ा क्यों हो गया, इहदा की रीज़न है? इत्थे ना इन्हां दी एक्चुअली कॉन्फिगरेशन एक रोल प्ले करती है। देखो, अगर मैं नाइट्रोजन की कॉन्फिगरेशन लिखा तो नाइट्रोजन की कॉन्फिगरेशन आएगी 1s2 2s2 2p3। मैं लास्ट की गल करदा 2p3 मतलब पी के अंदर 3 ऑर्बिटल 1 2 3 3 इलैक्ट्रॉन भरे हुए हैं। पर इस तो बाद ऑक्सीजन आएगा 1s2 2s2 2p4। और जो 2p4 की गल करा तो पी के अंदर 3 ऑर्बिटल, हुण पी के अंदर 3 ऑर्बिटल च 4 इलैक्ट्रॉन भरने ने तो 1 2 3 4। आ देखो चौथा इलैक्ट्रॉन इत्थे पेयर हो गया। ठीक है, तो जो भी पेयर करते हैं ना इलैक्ट्रॉन, तो जो पेयर बन रहा है एक दे नेड़े दूजा इलैक्ट्रॉन रखा गया, इन्हां च ना थोड़ी जी रिपल्शन होंदी है, क्योंकि आपां नूं पता भी इलैक्ट्रॉन नूं रिपैल करेगा ना। हुण आ सर क्यों नहीं रिपैल कर रहे, फिर आ क्यों नहीं रिपैल कर रहे आपस च? क्योंकि देखो यार, एक PX है, एक PY है, एक PZ है, तो तीनों अलग अलग डायरैक्शन च ने, तो इन्नी ज़्यादा रिपल्शन नहीं हैगी। पर आ वाला जो नवा इलैक्ट्रॉन आया, ये किसी एक दे अंदर, किसी एक ऑर्बिटल के अंदर ही फिक्स होएगा, तो इत्थे थोड़ी जी रिपल्शन आ जाती है। ठीक है, तो ये अंदर आ दो इलैक्ट्रॉन, ठीक है, इत्थे रिपल्शन होंदी है। रिपल्शन मतलब एक दूजे नूं दूर जाणगे, एक दूजे तो दूर जाणगे। हुण सिंपल जी गल है, जे इलैक्ट्रॉन एक दूजे तो दूर जाणगे, यानी कि न्यूक्लियस तो भी दूर जाणगे, तो साइज़ च थोड़ा जिहा इजाफा होएगा, थोड़ा जिहा साइज़ वधेगा। बहुत ज़्यादा फर्क नहीं पैंदा, पर थोड़ा जिहा साइज़ वध जांदा है। तां करके नाइट्रोजन तो बाद ऑक्सीजन छोटा होना चाहिए, पर ऑक्सीजन का साइज़ थोड़ा जिहा बड़ा होंदा है। ठीक है ना, कारण इत्थे रिपल्शन हुई है। इन्नी गल समझ आ रही है कि नहीं आ रही? सिंपल जी गल है। ठीक है, तो इत्थे रिपल्शन डोमीनेटिंग है, तो रिपल्शन होने करके साइज़ वध गया। हुण तुसीं कहो सर फिर फ्लोरीन के अंदर भी इत्थे रिपल्शन आएगी, क्योंकि फ्लोरीन भी तो नवा इलैक्ट्रॉन, ऑक्सीजन तो बाद फ्लोरीन आता है, वो कॉन्फिगरेशन 2p5 होएगी, उस इत्थे एक होर इलैक्ट्रॉन आ जाएगा, तो इन्हां दोनों च और अगले दोनों च भी रिपल्शन होएगी, तो उसका साइज़ होर बड़ा होना चाहिए। देखो, दो चीज़ां पैरल चल रही ने, न्यूक्लीयस की फोर्स खिंचण की स्ट्रोंग होंदी जा रही है, और इलैक्ट्रॉन की रिपल्शन भी होंदी जा रही है। जिहड़ी चीज़ डोमीनेट करेगी आंसर उहदे अकॉर्डिंगली चलेगा, है ना। तो ऑक्सीजन च रिपल्शन डोमीनेट करती है, तो ऑक्सीजन का साइज़ बड़ा हो जाता है। फ्लोरीन च भी रिपल्शन होंदी है, ये गल नहीं भी रिपल्शन नहीं होंदी, फ्लोरीन च रिपल्शन होंदी है, पर फ्लोरीन च जिहड़ी अट्रैक्टिव फोर्स है ना, जिहड़े इफैक्टिव न्यूक्लीयर चार्ज है, वो डोमीनेटिंग होंदा है, तो फ्लोरीन का साइज़ घटदा है। फ्लोरीन नॉर्मल तरीके नाल चलदा है कि लैफ्ट टू राइट साइज़ घटेगा, तो फ्लोरीन नॉर्मल तरीके नाल चलदा है, सिर्फ नाइट्रोजन तो बाद ऑक्सीजन की एक्सैप्शनल केस है। ठीक है, इत्थे की लिखा रहा मैं, क्योंकि आ रिपल्शन हुई, इत्थे नाल ही मैं लिख भी दिना कि ड्यू टू दिस रिपल्शन, ठीक है, साइज ऑफ ऑक्सीजन एटम इंक्रीजेस। जिते भी रिपल्शन होएगी इलैक्ट्रॉन की, उत्थे साइज, इलैक्ट्रॉन दूर जाना चाहते हैं ना, दूर जाने का क्या मतलब है, साइज वध गया, सिंपल जिहा फंडा। ठीक है, इत्थे मैं नाल भावें लिख भी दिना एक छोटा जिहा पॉइंट कि रिपल्शन फोर्स इज़ डोमीनेटिंग, इस केस च, सारे केसिस च नहीं, इस केस ऑक्सीजन के केस च रिपल्शन फोर्स इज़ डोमीनेटिंग देन अट्रैक्शन फोर्स बाय न्यूक्लियस। ये थोड़ा जिहा ऑब्जेक्टिव का क्वेश्चन आ जाता है, स्कूल तो प्रोबेबली चांसेस है भी ये नहीं पूछा जाएगा, ऑब्जेक्टिव आ जाता है क्वेश्चन। ठीक है जी, तो लैफ्ट टू राइट अगर साइज़ लिखना है तो फटाफट ये नहीं लिख देना भी लिथियम तो बाद सीधा एंड तक साइज़ घटता ही जाएगा, नहीं जी। ठीक है, बोरॉन कार्बन नाइट्रोजन तक घटेगा, नाइट्रोजन तो बाद ऑक्सीजन तो थोड़ा जिहा साइज़ बढ़ेगा, फ्लोरीन फिर घट जाएगा, तो इस तरह का ऑर्डर चलता है, नोट कर लो फटाफट। ठीक है जी, तो ये सीगा पूरा रेडियस वाला पार्ट। लास्ट लैक्चर के अंदर आप रेडियस की इंट्रोडक्शन पढ़ी सी, अज आप रेडियस का ट्रेंड कंप्लीट कर लिया। ठीक है, हुण लिखो सैकेंड प्रॉपर्टी, पीरियोडिक प्रॉपर्टी पढ़ रहे हैं आप। पहली प्रॉपर्टी सी रेडियस, रेडियस आप अच्छी तरह नाल देख लिया भी टॉप टू बॉटम किवें चलदा, लैफ्ट टू राइट किवें चलदा है, रेडियस मैजर करने के की तरीके ने, है ना।
ਸਾਰਾ ਕੁਝ ਪੜ੍ਹ ਲਿਆ ਆਪਾਂ ਨੇ, ਕੈਟਾਇਨ ਦਾ ਰੇਡੀਅਸ ਕਿਵੇਂ ਹੁੰਦਾ ਹੈ, ਨਾਇਨ ਦਾ ਰੇਡੀਅਸ ਕਿਵੇਂ ਹੁੰਦਾ ਹੈ। ਹੁਣ ਆਪਾਂ ਰੇਡੀਅਸ ਤੋਂ ਬਾਅਦ ਦੂਜੇ ਇੰਪੋਰਟੈਂਟ ਫੈਕਟਰ ਵੱਲ, ਦੂਜੀ ਇੰਪੋਰਟੈਂਟ ਪ੍ਰੋਪਰਟੀ ਵੱਲ ਚੱਲਦੇ ਹਾਂ, ਸੈਕਿੰਡ ਪ੍ਰੋਪਰਟੀ। ਔਰ ਇਹ ਬਹੁਤ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਨਾ ਸਿਰਫ ਇਸ ਚੈਪਟਰ ਵਾਸਤੇ, ਇਨਫੈਕਟ ਅਗਲੇ ਬਹੁਤ ਚੈਪਟਰਸ ਵਾਸਤੇ, +1 +2 ਸਾਰੇ ਚੈਪਟਰਸ ਇਹ ਚੀਜ਼ ਬਾਰ-ਬਾਰ ਆਉਂਦੀ ਹੈ, ਤਾਂ ਹੀ ਕਰਕੇ ਇੰਪੋਰਟੈਂਟ ਹੈ। ਹੈਡਿੰਗ ਲਿਖ ਲਓ, ਆਇਓਨਾਈਜੇਸ਼ਨ ਐਂਥੈਲਪੀ। ਹੈਡਿੰਗ ਲਿਖ ਲਓ, ਆਇਓਨਾਈਜੇਸ਼ਨ ਐਂਥੈਲਪੀ। ਐਂਥੈਲਪੀ ਵੈਸੇ ਤਾਂ ਤੁਸੀਂ ਅਗਲੇ ਥਰਮੋਡਾਇਨਾਮਿਕਸ 'ਚ ਸਮਝ ਹੀ ਜਾਓਗੇ, ਪਰ ਹਾਲੇ ਐਂਥੈਲਪੀ ਨੂੰ ਇੱਕ ਤਰ੍ਹਾਂ ਨਾਲ ਮੰਨ ਕੇ ਚੱਲੋ ਐਨਰਜੀ। ਤਾਂ ਆਇਓਨਾਈਜੇਸ਼ਨ ਐਨਰਜੀ, ਠੀਕ ਹੈ। ਆਇਓਨਾਈਜੇਸ਼ਨ ਐਨਰਜੀ ਟਰਮ ਪਹਿਲਾਂ ਵੀ ਆ ਚੁੱਕੀ ਹੈ ਐਕਚੁਅਲੀ। ਮੈਂ ਥੋੜ੍ਹਾ ਜਿਹਾ ਰਫ ਬਣਾ ਰਿਹਾ, ਇਹ ਬਣਾਉਣ ਦੀ ਜ਼ਰੂਰਤ ਨਹੀਂ ਹੈ ਜੋ ਮੈਂ ਹੁਣ ਬਣਾ ਰਿਹਾ, ਠੀਕ ਹੈ। ਮੰਨ ਲਓ ਮੈਂ ਕੋਈ ਵੀ ਐਗਜ਼ਾਮਪਲ, ਸੋਡੀਅਮ ਦੀ ਐਗਜ਼ਾਮਪਲ ਹੀ ਚੱਕ ਲਓ। ਸੋਡੀਅਮ 'ਚ 11 ਪ੍ਰੋਟੋਨ ਹੁੰਦੇ ਆ, ਤਾਂ ਨਿਊਕਲੀਅਸ 'ਚ ਇੱਥੇ 11 ਪ੍ਰੋਟੋਨ ਹੈ ਨਾ। ਪਹਿਲੇ ਸ਼ੈੱਲ ਦੇ ਅੰਦਰ 2 ਇਲੈਕਟ੍ਰੋਨ ਭਰੇ ਹੋਏ ਆ, ਦੂਜੇ ਸ਼ੈੱਲ ਦੇ ਅੰਦਰ 8 ਇਲੈਕਟ੍ਰੋਨ ਭਰੇ ਹੋਏ ਆ, ਤੀਜੇ ਸ਼ੈੱਲ ਦੇ ਅੰਦਰ 1 ਇਲੈਕਟ੍ਰੋਨ ਹੈ। ਔਰ ਇਹ ਸਾਰੇ ਇਲੈਕਟ੍ਰੋਨ ਨੂੰ ਆ ਪ੍ਰੋਟੋਨ ਮਿਲ ਕੇ ਆਪਣੇ ਵੱਲ ਜਕੜ ਕੇ ਰੱਖਿਆ ਹੋਇਆ, ਫੜ ਕੇ ਰੱਖਿਆ ਹੋਇਆ, ਕੋਈ ਇਲੈਕਟ੍ਰੋਨ ਕਿਤੇ ਜਾ ਨਹੀਂ ਰਿਹਾ, ਇਸ ਏਰੀਏ 'ਚ ਹੀ ਆਪ 11 ਪ੍ਰੋਟੋਨ ਨੇ ਇਹਨੂੰ ਫੜ ਕੇ ਰੱਖਿਆ ਹੋਇਆ ਹੈ ਨਾ। ਮੰਨ ਲਓ ਤੁਸੀਂ ਜਿਹੜਾ 1 ਇਲੈਕਟ੍ਰੋਨ ਹੈ, ਹੁਣ 1 ਇਲੈਕਟ੍ਰੋਨ ਕਿਹੜਾ, ਜਿਹੜਾ ਸਭ ਤੋਂ ਲੂਜ਼ਲੀ ਬਾਉਂਡ ਹੈ। ਸਭ ਤੋਂ ਲੂਜ਼ਲੀ ਬਾਉਂਡ ਕੌਣ ਹੋਏਗਾ, ਜਿਹੜਾ ਦੂਰ ਹੋਏਗਾ, ਹੈ ਨਾ। ਲੂਜ਼ਲੀ ਬਾਉਂਡ ਦਾ ਮਤਲਬ ਜਿਹੜਾ ਇਲੈਕਟ੍ਰੋਨ ਪ੍ਰੋਟੋਨ ਤੋਂ ਇੰਨਾ ਸਟਰੋਂਗਲੀ ਨਹੀਂ ਇਹਨੇ ਹੋਲਡ ਕੀਤਾ ਹੋਇਆ, ਠੀਕ ਹੈ। ਤਾਂ ਇਸ ਪ੍ਰੋਟੋਨ ਤੋਂ ਸਭ ਤੋਂ ਦੂਰ ਆ ਵਾਲਾ ਇਲੈਕਟ੍ਰੋਨ ਹੈ, ਕਹਿ ਸਕਦੇ ਹਾਂ। ਤਾਂ ਇਸ ਇਲੈਕਟ੍ਰੋਨ ਨੂੰ ਇਸ ਪ੍ਰੋਟੋਨ ਦੇ ਫੋਰਸ ਆਫ ਅਟਰੈਕਸ਼ਨ 'ਚੋਂ ਕੱਢਣਾ, ਠੀਕ ਹੈ। ਮੈਂ ਚਾਹੁੰਦਾ ਹੈ ਵੀ ਆਹ ਇਲੈਕਟ੍ਰੋਨ ਇਹਦੀ ਫੋਰਸ ਤੋਂ ਫ੍ਰੀ ਹੋ ਜੇ। ਫ੍ਰੀ ਹੋ ਜੇ ਤਾਂ ਮੈਨੂੰ ਕੀ ਕਰਨਾ ਪਏਗਾ, ਮੈਨੂੰ ਵਾਪਸ ਇੱਧਰ ਨੂੰ ਫੋਰਸ ਲਗਾਉਣੀ ਪਏਗੀ, ਇਹਦੇ ਉਲਟੀ ਫੋਰਸ ਲਗਾਉਣੀ ਪਏਗੀ, ਯਾਨੀ ਕਿ ਇਹਨੂੰ ਥੋੜ੍ਹੀ ਜਿਹੀ ਐਨਰਜੀ ਦੇਣੀ ਪਏਗੀ ਨਾ। ਤਾਂ ਉਹ ਐਨਰਜੀ ਜਿਹੜੀ ਇਲੈਕਟ੍ਰੋਨ ਨੂੰ ਮਿਲੇ ਤਾਂ ਕਿ ਇਹ ਇਸ ਪ੍ਰੋਟੋਨਸ ਤੋਂ ਆਜ਼ਾਦ ਹੋ ਜੇ, ਅਲੱਗ ਹੋ ਜੇ, ਸੋਡੀਅਮ ਦੇ ਵਿੱਚੋਂ ਬਾਹਰ ਨਿਕਲ ਜੇ, ਉਹ ਐਨਰਜੀ ਦਾ ਨਾਮ ਹੈ ਆਇਓਨਾਈਜੇਸ਼ਨ ਐਨਰਜੀ, ਠੀਕ ਹੈ ਨਾ। ਔਰ ਜਿੰਨੀ ਤਕੜੀ ਫੋਰਸ ਨਾਲ ਇਹਨੂੰ ਰੋਕ ਕੇ ਰੱਖਿਆ ਹੋਏਗਾ, ਉਨੀ ਜ਼ਿਆਦਾ ਐਨਰਜੀ ਦੇਣੀ ਪਏਗੀ ਤਾਂ ਕਿ ਇਹ ਫ੍ਰੀ ਹੋ ਜਾਏ। ਇੰਨੀ ਗੱਲ ਸਮਝ ਆ ਰਹੀ ਹੈ ਨਾ। ਮੰਨ ਲਓ ਇੱਥੇ 11 ਦੀ ਜਗ੍ਹਾ 50 ਪ੍ਰੋਟੋਨ ਹੁੰਦੇ, ਤਾਂ 50 ਪ੍ਰੋਟੋਨ ਨੇ ਮਿਲ ਕੇ ਆ 1 ਇਲੈਕਟ੍ਰੋਨ ਨੂੰ ਬਹੁਤ ਸਟਰੋਂਗਲੀ ਪਕੜਿਆ ਹੋਣਾ ਸੀਗਾ, ਤਾਂ ਉੱਥੇ ਮੈਨੂੰ 1 ਇਲੈਕਟ੍ਰੋਨ ਨੂੰ ਬਾਹਰ ਕੱਢਣ 'ਚ ਕਾਫੀ ਐਨਰਜੀ ਦੇਣੀ ਪੈਣੀ ਸੀ, ਹੈ ਨਾ। ਤਾਂ ਉਹ ਜਿਹੜੀ ਐਨਰਜੀ ਦੇਣੀ ਜਾਵੇ ਇਸ ਇਲੈਕਟ੍ਰੋਨ ਨੂੰ, ਆਖਰੀ ਇਲੈਕਟ੍ਰੋਨ ਨੂੰ ਜਿਹੜੀ ਐਨਰਜੀ ਮਿਲੇ ਤਾਂ ਕਿ ਉਹ ਨਿਊਕਲੀਅਸ ਦੀ ਫੋਰਸ ਤੋਂ ਜਾਂ ਐਟਮ ਦੇ ਵਿੱਚੋਂ ਬਾਹਰ ਨਿਕਲ ਜੇ, ਠੀਕ ਹੈ। ਜਾਂ ਕਈ ਇਹਨੂੰ ਕਹਿ ਦਿੰਦੇ ਨੇ ਵੀ ਇਨਫਾਈਨਾਈਟ ਸ਼ੈੱਲ 'ਤੇ ਚਲਾ ਜਾਏ, ਇਹ ਤੀਜੇ ਸ਼ੈੱਲ 'ਤੇ ਹੈ, ਤੀਜੇ ਸ਼ੈੱਲ ਤੋਂ ਜੰਪ ਕਰਕੇ ਇਨਫਾਈਨਾਈਟ ਸ਼ੈੱਲ 'ਤੇ ਚਲਾ ਜਾਏ। ਇਨਫਾਈਨਾਈਟ ਸ਼ੈੱਲ ਦਾ ਮਤਲਬ ਇਹੀ ਹੈ ਨਾ ਵੀ ਨਿਊਕਲੀਅਸ ਤੋਂ ਬਹੁਤ ਦੂਰ ਚਲਾ ਗਿਆ, ਬਾਹਰ ਹੀ ਨਿਕਲ ਗਿਆ, ਇੱਕ ਤਰ੍ਹਾਂ ਦਾ ਇਹ ਮਤਲਬ ਹੈ। ਤਾਂ ਤੀਜੇ ਸ਼ੈੱਲ ਤੋਂ ਇਨਫਾਈਨਾਈਟ ਸ਼ੈੱਲ 'ਤੇ ਜੰਪ ਕਰ ਜੇ, ਜਾਂ ਫਿਰ ਨਿਊਕਲੀਅਸ ਦੇ ਫੋਰਸ ਤੋਂ ਬਾਹਰ ਨਿਕਲ ਜੇ, ਜਾਂ ਐਟਮ 'ਚੋਂ ਬਾਹਰ ਨਿਕਲ ਜੇ, ਉਹ ਐਨਰਜੀ ਜਿਹੜੀ ਇਹ ਮਿਲੇ, ਜਿਹੜੀ ਇਹਨੂੰ ਮਿਲੇ, ਉਸ ਐਨਰਜੀ ਦਾ ਨਾਮ ਹੈ ਆਇਓਨਾਈਜੇਸ਼ਨ ਐਨਰਜੀ, ਠੀਕ ਹੈ। ਤਾਂ ਕੁਝ ਖਾਸ ਗੱਲਾਂ, ਆਇਓਨਾਈਜੇਸ਼ਨ ਐਨਰਜੀ ਇਲੈਕਟ੍ਰੋਨ ਐਬਜ਼ੌਰਬ ਕਰਦਾ ਹੈ, ਐਬਜ਼ੌਰਬ ਕਰੇਗਾ, ਇਹਨੂੰ ਮਿਲੇਗੀ ਤਾਂ ਹੀ ਇਹ ਆਜ਼ਾਦ ਹੋਏਗਾ, ਤਾਂ ਹੀ ਇਹ ਇਹਦੀ ਫੋਰਸ 'ਚੋਂ ਚੰਗੁਲ 'ਚੋਂ ਬਾਹਰ ਨਿਕਲੇਗਾ, ਸਹੀ ਹੈ ਨਾ, ਠੀਕ ਹੈ। ਤਾਂ ਪਹਿਲਾਂ ਇਹਦੀ ਡੈਫੀਨੇਸ਼ਨ ਲਿਖਦੇ ਆ, ਫਿਰ ਇਹਦੇ ਬਾਰੇ ਕਾਫੀ ਕੁਝ ਡਿਸਕਸ ਕਰਦੇ ਆ। ਫਟਾਫਟ ਇਹਦੀ ਡੈਫੀਨੇਸ਼ਨ ਲਿਖੋ। ਦ ਐਨਰਜੀ ਰਿਕੁਆਇਰਡ to remove an electron, the energy required to remove an electron from isolated gaseous atom in its ground state is known as ionization energy. Isolated gaseous atom in its ground state is known as ionization energy, ठीक है। ਹੁਣ ਇਹ 'ਚ ਕੁਝ ਖਾਸ ਗੱਲਾਂ ਅੰਡਰਲਾਈਨ ਕਰ ਲਓ। ਇੱਕ ਤਾਂ ਆਈਸੋਲੇਟਡ ਗੈਸ਼ੀਅਸ ਐਟਮ, ਇਹਨੂੰ ਅੰਡਰਲਾਈਨ ਕਰ ਲਓ, ਠੀਕ ਹੈ। ਆਈਸੋਲੇਟਡ ਮਤਲਬ ਕੱਲਾ, ਹੈ ਨਾ।
ਤਾਂ ਕਹਿੰਦੇ ਅਗਰ ਕਿਸੇ ਕੱਲੇ ਐਟਮ ਦੇ ਵਿੱਚੋਂ, ਕੱਲਾ ਵਰਡ ਬਹੁਤ ਜ਼ਿਆਦਾ ਜ਼ਰੂਰੀ ਹੈ, ਮੈਂ ਹੁਣੇ ਸਮਝਾਉਂਗਾ ਕਿਉਂ। ਕੱਲੇ ਐਟਮ ਦੇ ਵਿੱਚੋਂ ਜਿਹੜਾ ਉਹਦਾ ਸਭ ਤੋਂ ਲੂਜ਼ਲੀ ਬਾਉਂਡ ਇਲੈਕਟ੍ਰੋਨ ਹੈ, ਸਭ ਤੋਂ ਲੂਜ਼ਲੀ ਬਾਉਂਡ ਕਿਹੜਾ ਹੁੰਦਾ, ਜਿਹੜਾ ਸਭ ਤੋਂ ਦੂਰ ਹੁੰਦਾ, ਉਹ 'ਤੇ ਨਿਊਕਲੀਅਸ ਦੀ ਫੋਰਸ ਘੱਟ ਲੱਗ ਰਹੀ ਹੁੰਦੀ ਹੈ। ਤਾਂ ਸਭ ਤੋਂ ਜਿਹੜਾ ਲੂਜ਼ਲੀ ਬਾਉਂਡ ਇਲੈਕਟ੍ਰੋਨ ਹੈ ਕਿਸੇ ਕੱਲੇ ਐਟਮ ਦੇ ਵਿੱਚੋਂ, ਉਹਨੂੰ ਬਾਹਰ ਕੱਢਣ 'ਤੇ ਜਿੰਨੀ એનર્ਜੀ ਲੱਗੇਗੀ ਉਸ એનર્ਜੀ ਦਾ ਨਾਮ ਹੈ ਆਇਨਾਈਜੇਸ਼ਨ એનર્ਜੀ। ਇਹ ਆਪਾਂ ਫੋਟੋ ਇਲੈਕਟ੍ਰਿਕ ਇਫੈਕਟ 'ਚ ਵੀ ਇਹੀ ਸੇਮ ਟਰਮ ਯੂਜ਼ ਕੀਤੀ ਸੀਗੀ, ਜਦੋਂ ਆਪਾਂ ਰੇਡੀਏਸ਼ਨ ਫਾਲ ਕਰਵਾ ਕੇ ਇਲੈਕਟ੍ਰੋਨ ਨੂੰ ਬਾਹਰ ਕੱਢ ਦਿੰਦੇ ਸੀਗੇ, ਤਾਂ ਉਹੀ ਰੇਡੀਏਸ਼ਨ એનર્ਜੀ ਲੈ ਕੇ ਆ ਰਿਹਾ ਹੁੰਦਾ ਸੀਗਾ। ਔਰ ਜੇ ਬਾਹਰ ਕੱਢਣ ਦੀ એનર્ਜੀ ਲੱਗ ਰਹੀ ਹੈ, ਉਸ એનર્ਜੀ ਨੂੰ ਤਾਂ ਆਇਨਾਈਜੇਸ਼ਨ એનર્ਜੀ ਬੋਲਦੇ ਨੇ। ਠੀਕ ਹੈ, ਹੁਣ ਖਾਸ ਗੱਲ, ਇਹਦੀ ਇਕੁਏਸ਼ਨ ਕਿਵੇਂ ਲਿਖੀ ਜਾਏਗੀ। ਮੰਨ ਲਓ ਮੇਰੇ ਕੋਲ ਕੋਈ ਐਟਮ A ਹੈ ਨਾ, ਪਹਿਲੀ ਗੱਲ ਤਾਂ ਆਈਸੋਲੇਟਡ ਹੋਣਾ ਚਾਹੀਦਾ, ਯਾਨੀ ਕਿ ਇਕੱਲਾ। ਮੈਂ A2 A3 AB ਐਵੇਂ ਦਾ ਕੁਝ ਨਹੀਂ ਲਿਖ ਸਕਦਾ, ਇਹ ਇਕੱਲਾ। ਨਾਲੇ ਗੈਸ਼ੀਅਸ ਫਾਰਮ 'ਚ ਹੋਣਾ ਚਾਹੀਦਾ, ਉੱਥੇ ਲਿਖਿਆ ਹੋਇਆ ਨਾ ਆਈਸੋਲੇਟਡ ਗੈਸ਼ੀਅਸ ਐਟਮ, ਤਾਂ ਇਹ ਗੈਸ਼ੀਅਸ ਫਾਰਮ 'ਚ, ਇਹਦੇ ਪੈਰ 'ਚ G ਗੈਸ ਲਿਖਿਆ ਹੋਣਾ ਚਾਹੀਦਾ। ਠੀਕ ਹੈ, ਅਗਰ ਇਹ 'ਚੋਂ ਇਲੈਕਟ੍ਰੋਨ ਬਾਹਰ ਨਿਕਲ ਜਾਏਗਾ, ਪਹਿਲੀ ਗੱਲ ਤਾਂ ਸੋਚੋ ਇਹਦੇ ਕੀ ਬਣ ਜਾਏਗਾ, ਇਹ A ਦੀ ਜਗ੍ਹਾ 'ਤੇ A ਪੋਜ਼ੀਟਿਵ ਬਣ ਜਾਏਗਾ। ਤਾਂ ਇਹ ਗੈਸ ਤੋਂ, ਇਹਦੀ ਇਕੁਏਸ਼ਨ ਕਿਵੇਂ ਹੈ, ਇਹ ਗੈਸ ਤੋਂ ਬਣ ਗਿਆ A ਪੋਜ਼ੀਟਿਵ ਗੈਸ, ਇਲੈਕਟ੍ਰੋਨ ਬਾਹਰ ਨਿਕਲ ਗਿਆ ਤਾਂ ਉਹ ਇੱਕ ਤਰ੍ਹਾਂ ਨਾਲ ਪ੍ਰੋਡਕਟ ਹੈ, ਤਾਂ ਪ੍ਰੋਡਕਟ ਦੇ ਅੰਦਰ ਇੱਕ ਇਲੈਕਟ੍ਰੋਨ ਵੀ ਲਿਖਿਆ ਗਿਆ ਨਾ। ਆ ਕਰਨ 'ਚ A ਤੋਂ A ਪੋਜ਼ੀਟਿਵ ਔਰ ਇਲੈਕਟ੍ਰੋਨ, A ਨੂੰ ਇਲੈਕਟ੍ਰੋਨ ਬਾਹਰ ਕੱਢਣ ਔਰ A ਪੋਜ਼ੀਟਿਵ ਬਣਾਉਣ 'ਚ ਜਿਹੜੀ એનર્ਜੀ ਲੱਗ ਰਹੀ ਹੈ, ਇਸ એનર્ਜੀ ਦਾ ਨਾਮ ਹੈ ਆਇਨਾਈਜੇਸ਼ਨ એનર્ਜੀ। ਠੀਕ ਹੈ, ਹੁਣ ਮੈਂ ਆਈਸੋਲੇਟਡ ਵਗੈਰਾ ਕਿਉਂ ਬੋਲ ਰਿਹਾ, ਗੈਸ਼ੀਅਸ ਕਿਉਂ ਬੋਲ ਰਿਹਾ, ਇਹਨੂੰ ਅੰਡਰਲਾਈਨ ਕਿਉਂ ਕਰਨ ਦੇ ਲਈ ਕਹਿ ਰਿਹਾ, ਕਿਉਂਕਿ ਨਾ ਕਈ ਵਾਰੀ ਕੁਐਸਚਨ ਆ ਜਾਂਦਾ ਆਬਜੈਕਟਿਵ ਦੇ ਅੰਦਰ ਕਿ 4 ਆਪਸ਼ਨਸ ਦੇ ਕੇ ਕਿ ਕਿਹੜਾ ਆਇਨਾਈਜੇਸ਼ਨ એનર્ਜੀ ਦੀ ਇਕੁਏਸ਼ਨ ਨੂੰ ਨਹੀਂ ਰਿਪਰੈਜ਼ੈਂਟ ਕਰਦਾ। ਹੁਣ ਮੈਂ ਮੰਨ ਲਓ ਮੈਂ ਐਵੇਂ ਲਿਖਾਂ ਵੀ A ਸੋਲਿਡ ਗਿਵਜ਼ A ਪਲਸ ਸੋਲਿਡ ਪਲਸ ਇਲੈਕਟ੍ਰੋਨ। ਬੱਚੇ ਦੇਖਦੇ ਨੇ ਵੀ ਆਹ ਦੇਖੋ ਜੀ, A ਤੋਂ ਇਲੈਕਟ੍ਰੋਨ ਬਾਹਰ ਨਿਕਲ ਗਿਆ, A ਪਲਸ ਬਣ ਗਿਆ, ਆ ਗਈ ਇਹ ਆਇਨਾਈਜੇਸ਼ਨ એનર્ਜੀ ਦੀ ਇਕੁਏਸ਼ਨ ਹੈ। ਇਹ ਕੋਈ ਇਕੁਏਸ਼ਨ ਹੈ ਪਰ ਇਹ ਆਇਨਾਈਜੇਸ਼ਨ એનર્ਜੀ ਦੀ ਨਹੀਂ ਹੈਗੀ। ਕਾਰਨ, ਠੀਕ ਹੈ, ਇੱਥੇ ਮੈਂ ਲਿਖ ਦਿੰਦਾ ਨਾਟ ਆਇਨਾਈਜੇਸ਼ਨ એનર્ਜੀ। ਕਾਰਨ ਕੀ ਹੈ ਜੀ ਇਹਦਾ, ਕਿਉਂਕਿ ਚਲੋ ਜੀ A ਇਕੱਲਾ ਹੈ, ਠੀਕ ਹੈ, ਬਟ ਇਹ ਸੋਲਿਡ ਸਟੇਟ 'ਚ ਹੈ। ਆਇਨਾਈਜੇਸ਼ਨ એનર્ਜੀ ਕੀ ਕਹਿੰਦੀ ਹੈ ਕਿ ਜਿਹੜੇ ਵੀ ਐਟਮ 'ਚੋਂ ਇਲੈਕਟ੍ਰੋਨ ਬਾਹਰ ਕੱਢਣਾ ਹੈ ਉਹ ਗੈਸ ਫੇਸ 'ਚ ਹੋਣਾ ਚਾਹੀਦਾ ਹੈ, ਤਾਂ ਇੱਥੇ ਗਲਤੀ ਹੋ ਗਈ। ਇਟ ਇਜ਼ ਨਾਟ ਕੰਸੀਡਰਡ ਐਨ ਆਇਨਾਈਜੇਸ਼ਨ એનર્ਜੀ। ਜ਼ਰੂਰ ਇਹ ਕੋਈ ਨਾ ਕੋਈ ਰਿਐਕਸ਼ਨ ਹੋਏਗੀ, ਜ਼ਰੂਰ ਇਹਦੇ ਅੰਦਰ ਕੁਝ ਨਾ ਕੁਝ એનર્ਜੀ ਲੱਗੀ ਹੋਏਗੀ, ਪਰ ਉਸ એનર્ਜੀ ਨੂੰ ਆਇਨਾਈਜੇਸ਼ਨ એનર્ਜੀ ਕਹਿਣਾ ਗਲਤ ਹੈ। ਆਇਨਾਈਜੇਸ਼ਨ એનર્ਜੀ ਸਿਰਫ ਉਹ એનર્ਜੀ ਨੂੰ ਕਿਹਾ ਜਾਏਗਾ ਜਦੋਂ ਕੋਈ ਆਈਸੋਲੇਟਡ ਗੈਸ਼ੀਅਸ ਐਟਮ 'ਚੋਂ ਇਲੈਕਟ੍ਰੋਨ ਬਾਹਰ ਕੱਢਿਆ ਜਾਏਗਾ। ਇਹ ਇਕੁਏਸ਼ਨ ਐਗਜ਼ੈਕਟ ਐਵੇਂ ਦੀ ਹੋਣੀ ਚਾਹੀਦੀ ਹੈ। ਠੀਕ ਹੈ ਨਾ, ਮੈਂ ਹੋਰ ਐਗਜ਼ਾਮਪਲ ਦਿੰਦਾ। ਮੰਨ ਲਓ ਐਵੇਂ ਲਿਖਿਆ ਹੋਇਆ, ਚਲੋ ਜੀ ਗੈਸ ਵੀ ਲਿਖ ਦਿੰਦੇ ਆ, ਤੁਹਾਨੂੰ ਲਿਖ ਦੇਣਗੇ A2 ਗੈਸ ਗਿਵਜ਼ 2A ਪੋਜ਼ੀਟਿਵ ਗੈਸ ਪਲਸ 2 ਇਲੈਕਟ੍ਰੋਨ, ਇਸ ਤਰ੍ਹਾਂ ਨਾਲ ਲਿਖ ਦੇਣਗੇ। ਠੀਕ ਹੈ, ਇਹ ਵੀ ਗਲਤ ਹੈ, ਇਹ ਵੀ ਆਇਨਾਈਜੇਸ਼ਨ એનર્ਜੀ ਦੇ ਹਿਸਾਬ ਨਾਲ ਨਹੀਂ ਹੈ। ਕਿਉਂ, ਆਈਸੋਲੇਟਡ ਨਹੀਂ ਹੈ। A2 'ਚ ਤਾਂ 2A ਆ ਗਏ, ਹੈ ਨਾ। ਆਇਨਾਈਜੇਸ਼ਨ એનર્ਜੀ ਕੀ ਕਹਿ ਰਹੀ ਹੈ ਵੀ ਸਿਰਫ ਆਈਸੋਲੇਟਡ ਕੱਲਾ ਐਟਮ ਹੋਣਾ ਚਾਹੀਦਾ, ਇੱਕ ਐਟਮ। ਇਹ A2 ਤਾਂ ਇੱਕ ਮੋਲੀਕਿਊਲ ਹੈ ਨਾ, ਮੋਲੀਕਿਊਲ ਨਹੀਂ ਹੋਣਾ ਚਾਹੀਦਾ, ਤਾਂ ਇਟ ਇਜ਼ ਨਾਟ ਆਇਨਾਈਜੇਸ਼ਨ એનર્ਜੀ। ਇਹ ਗੱਲ ਸਮਝ ਆ ਰਹੀ ਹੈ ਕਿ ਨਹੀਂ ਆ ਰਹੀ? ਠੀਕ ਹੈ, ਭਾਵੇਂ ਇੱਥੇ ਅੱਛਾ ਬ੍ਰੈਕਟ 'ਚ ਇਹਦਾ ਛੋਟਾ ਜਿਹਾ ਰੀਜ਼ਨ ਵੀ ਲਿਖ ਲਓ, ਜਦੋਂ ਕਦੇ ਨੋਟਸ ਰਿਵਾਈਜ਼ ਕਰੋਗੇ ਤਾਂ ਉਦੋਂ ਫਾਇਦਾ ਹੋਏਗਾ। ਇੱਥੇ ਨੋਟਸ ਕੀ ਕਾਰਨ ਹੈ, ਇਹਨੂੰ ਆਇਨਾਈਜੇਸ਼ਨ એનર્ਜੀ ਕਿਉਂ ਨਹੀਂ ਕੰਸੀਡਰ ਕਰ ਰਹੇ, ਬਿਕੋਜ਼ A ਇਜ਼ ਇਨ ਸੋਲਿਡ ਫੇਜ਼। ਪਹਿਲੇ 'ਚ ਤਾਂ ਇਹ ਗਲਤੀ ਹੈ, ਦੂਜੇ 'ਚ ਕੀ ਗਲਤੀ ਹੈ, ਬਿਕੋਜ਼ A ਇਜ਼ ਨਾਟ ਆਈਸੋਲੇਟਡ, ਇਹ ਇਕੱਲਾ ਨਹੀਂ ਹੈ, ਤਾਂ ਕਰਕੇ ਇਹਨੂੰ, ਇਹ ਜ਼ਰੂਰ ਕੋਈ ਰਿਐਕਸ਼ਨ ਹੈ, ਕੋਈ ਗਲਤ ਨਹੀਂ ਹੈ, ਰਿਐਕਸ਼ਨ ਇਹੋ ਜਿਹੀ ਹੋ ਸਕਦੀ ਹੈ, ਬਿਲਕੁਲ ਹੋ ਸਕਦੀ ਹੈ, ਪਰ ਇਸ ਰਿਐਕਸ਼ਨ 'ਚ ਜਿਹੜੀ એનર્ਜੀ ਉਹਨੂੰ ਆਇਓਨਾਈਜੇਸ਼ਨ એનર્ਜੀ ਨਹੀਂ ਬੋਲ ਸਕਦੇ। ਠੀਕ ਹੈ ਨਾ, ਇਹ ਖਾਸ ਗੱਲ ਹੈ, ਨੋਟ ਕਰ ਲਓ ਫਟਾਫਟ। ਤਾਂ ਆਇਓਨਾਈਜੇਸ਼ਨ એનર્ਜੀ ਦੀ ਇਕੁਏਸ਼ਨ ਹਮੇਸ਼ਾ ਇਸ ਤਰ੍ਹਾਂ ਦੀ ਹੋਏਗੀ, ਇਕੱਲਾ ਐਟਮ ਹੋਏਗਾ, ਗੈਸ ਫੇਸ 'ਚ ਹੋਏਗਾ, ਇਲੈਕਟ੍ਰੋਨ ਬਾਹਰ ਨਿਕਲ ਗਿਆ ਤਾਂ ਇਲੈਕਟ੍ਰੋਨ ਪ੍ਰੋਡਕਟ 'ਚ ਹੋਏਗਾ, ਅਤੇ ਜੇ ਇੱਕ ਦੇ ਵਿੱਚੋਂ ਇਲੈਕਟ੍ਰੋਨ ਨਿਕਲ ਗਿਆ ਤਾਂ ਉਹਦੇ ਉੱਤੇ ਪੋਜ਼ੀਟਿਵ ਚਾਰਜ ਵੀ ਆ ਜਾਏਗਾ। ਬਿਲਕੁਲ ਸਿੰਪਲ ਜੀ ਇਕੁਏਸ਼ਨ ਹੈ। ਠੀਕ ਹੈ, ਫਟਾਫਟ ਇੱਥੇ ਤੱਕ ਨੋਟ ਕਰੋ, ਜਲਦੀ ਜਲਦੀ ਜਲਦੀ। ਅੱਛਾ, ਇਹਦੇ ਬਾਰੇ ਕੁਝ ਪੁਆਇੰਟਸ ਕੀ ਹੈ ਜੀ। ਪਹਿਲੀ ਗੱਲ ਤਾਂ ਆਇਨਾਈਜੇਸ਼ਨ એનર્ਜੀ ਦਾ ਨਾਮ ਹੋ ਗਿਆ ਨਾ, ਉਹਦਾ ਸਿੰਬਲ ਕੀ ਹੈ, ਤਾਂ ਲਿਖ ਲਓ ਇਹਦੇ ਬਾਰੇ। ਇਟ ਇਜ਼ ਰਿਪਰੈਜ਼ੈਂਟਡ ਐਜ਼ ਡੈਲਟਾ। ਡੈਲਟਾ ਦੇ ਪੈਰ 'ਚ ਛੋਟਾ ਜਿਹਾ I, ਸਮੋਲ I ਔਰ H। ਠੀਕ ਹੈ, ਹੁਣ ਤੱਕ ਆਪਾਂ એનર્ਜੀ ਨੂੰ ਕੋਈ ਖਾਸ ਸਿੰਬਲ ਨਹੀਂ ਦਿੱਤਾ, ਪਰ ਅੱਗੇ ਜਾ ਕੇ ਤੁਸੀਂ ਥਰਮੋਡਾਇਨਮਿਕਸ ਫਿਜ਼ਿਕਸ ਵੀ ਪੜ੍ਹੋਗੇ, ਕੈਮਿਸਟਰੀ 'ਚ ਵੀ ਪੜ੍ਹੋਗੇ, ਤੁਸੀਂ ਗੱਲ ਨੋਟ ਕਰੋਗੇ, એનર્ਜੀ ਨੂੰ H ਸਿੰਬਲ ਦਿੰਦੇ ਆ। ਐਂਥੈਲਪੀ ਦਾ ਸਿੰਬਲ ਹੁੰਦਾ ਐਕਚੁਅਲੀ ਇਹ
ਹਾਲੇ ਤੁਸੀਂ ਮੋਟਾ ਮੋਟਾ ਮੰਨ ਕੇ ਚਲੋ એનર્ਜੀ ਦਾ ਸਿੰਬਲ ਹੈ, ਤਾਂ ਡੈਲਟਾ ਚੇਂਜ ਇਨ એનર્ਜੀ ਪੈਰ 'ਚ ਆਈ ਹੈ ਮਤਲਬ ਆਇਓਨਾਈਜੇਸ਼ਨ, ਠੀਕ ਹੈ ਨਾ। ਤਾਂ ਆਈ ਦਾ ਸਿੰਬਲ ਹੈ ਡੈਲਟਾ ਐਚ, ਔਰ ਡੈਲਟਾ ਦੇ ਪੈਰ 'ਚ ਛੋਟਾ ਜਿਹਾ ਇੱਕ ਆਈ ਹੈ। ਅੱਛਾ, ਇਹਦੇ ਯੂਨਿਟਸ ਕੀ ਹੋਣਗੇ? એનર્ਜੀ ਵਾਲੇ ਯੂਨਿਟਸ ਹੋਣਗੇ। એનર્ਜੀ ਦੇ ਯੂਨਿਟਸ ਕੀ ਹੁੰਦੇ ਨੇ? ਜਾਊਲ, ਠੀਕ ਹੈ। ਬਟ ਹੁਣ ਹੁੰਦਾ ਕੀ ਹੈ, ਇਹ ਨਾ ਜਾਊਲ 'ਚ ਬਹੁਤ ਜ਼ਿਆਦਾ ਹੁੰਦੀ ਹੈ, ਤਾਂ ਆਪਾਂ ਇਹਨੂੰ ਜਾਊਲ ਦੀ ਜਗ੍ਹਾ 'ਤੇ ਕਿਲੋ ਜਾਊਲ ਲਿਖਦੇ ਹਾਂ। ਕਿਲੋ ਜਾਊਲ ਕੀ ਹੋਏਗਾ? ਜਾਊਲ ਇੰਟੂ 1000। ਯਾਦ ਹੈ ਨਾ ਕਿਲੋ ਕੀ ਹੁੰਦਾ ਸੀਗਾ, ਤਾਂ ਇਹਦੇ ਲਿਖ ਲਓ ਇਟਸ ਯੂਨਿਟਸ ਆਰ ਕਿਲੋ ਜਾਊਲ। ਇੱਕ ਹੋਰ ਕਿਲੋ ਜਾਊਲ ਵੀ ਇਕੱਲਾ ਨਹੀਂ ਹੈ, ਐਟਮ ਮੋਲਸ 'ਚ ਹੁੰਦਾ ਹੈ, ਤਾਂ ਕਿਲੋ ਜਾਊਲ ਪਰ ਮੋਲ ਇਹਦੇ ਯੂਨਿਟਸ ਰਹਿਣਗੇ ਹਮੇਸ਼ਾ ਆਇਨੇਸ਼ਨ એનર્ਜੀ ਦੇ, ਕਿਲੋ ਜਾਊਲ ਪਰ ਮੋਲ, ਔਰ ਜਾਊਲ ਇੰਟੂ 1000 ਪਰ ਮੋਲ। ਕਿਲੋ ਦਾ ਮਤਲਬ ਤੁਹਾਨੂੰ ਯਾਦ ਹੀ ਹੋਣਾ, ਇਟਸ ਯੂਨਿਟਸ ਆਰ ਕਿਲੋ ਜਾਊਲ ਪਰ ਮੋਲ। ਇੱਕ ਮੋਲ ਦੀ ਮਤਲਬ ਮੋਲ ਦੀ ਗੱਲ ਹੋਏਗੀ ਇਹਦੇ ਅੰਦਰ, ਠੀਕ ਹੈ। ਅੱਗੇ ਵੀ ਇੱਕ ਹੋਰ ਪੁਆਇੰਟ ਲਿਖ ਲਓ, ਆਇਓਨਾਈਜੇਸ਼ਨ એનર્ਜੀ is always positive, ठीक है। ਇਹਦਾ मैं मतलब समझाना, एक पहले एक बार नोट करो, आयनाइजेशन एनर्जी इज ऑलवेज पॉजिटिव। ਹੁੰਦਾ ਕੀ ਹੈ ਨਾ ਯਾਰ, ਥਰਮੋਡਾਇਨਾਮਿਕਸ ਦਾ ਇੱਕ ਰੂਲ ਹੈ, ਠੀਕ ਹੈ। ਜਿਹੜੀ એનર્ਜੀ ਹੈ ਨਾ ਉਹ ਗੇਨ ਵੀ ਹੁੰਦੀ ਹੈ, ਲੋਸ ਵੀ ਹੁੰਦੀ ਹੈ ਨਾ। ਹੁਣ ਮੈਂ ਇੱਥੇ એનર્ਜੀ ਲਿਖਤੀ 40 ਜਾਊਲ, ਤੁਹਾਨੂੰ ਕਿਵੇਂ ਪਤਾ ਲੱਗੇਗਾ ਵੀ ਉਹ ਗੇਨ ਹੋ ਰਹੀ ਹੈ ਜਾਂ ਲੋਸ ਹੋ ਰਹੀ ਹੈ? ਆਪਾਂ ਇੱਕ ਸਾਈਨ ਦਿੱਤਾ ਹੋਇਆ, ਜਿਹੜੀ ਵੀ એનર્ਜੀ ਗੇਨ ਹੁੰਦੀ ਹੈ ਉਹਨੂੰ ਹਮੇਸ਼ਾ ਪੋਜ਼ੀਟਿਵ ਸਾਈਨ ਨਾਲ ਰਿਪਰੈਜ਼ੈਂਟ ਕਰਦੇ ਹਾਂ, ਔਰ ਜਿੱਥੇ એનર્ਜੀ ਲੋਸ ਹੁੰਦੀ ਹੈ ਉਹਨੂੰ ਹਮੇਸ਼ਾ ਨੈਗੇਟਿਵ ਸਾਈਨ ਨਾਲ ਰਿਪਰੈਜ਼ੈਂਟ ਕਰਦੇ ਹਾਂ, ਠੀਕ ਹੈ। ਹੁਣ ਆਇਨਾਈਜ਼ੇਸ਼ਨ એનર્ਜੀ ਹੈ ਮਤਲਬ ਇਲੈਕਟ੍ਰੋਨ ਨੂੰ ਬਾਹਰ ਕੱਢਣਾ ਹੈ, ਤਾਂ ਇਲੈਕਟ੍ਰੋਨ ਕੀ ਕਰੇਗਾ? એનર્ਜੀ ਨੂੰ ਗੇਨ ਕਰੇਗਾ, ਤਾਂ ਹੀ ਇਹ ਇਹਦੇ ਚੰਗੁਲ 'ਚੋਂ ਆਜ਼ਾਦ ਹੋ ਜਾਏਗਾ ਨਾ। ਤਾਂ ਇਲੈਕਟ੍ਰੋਨ એનર્ਜੀ ਨੂੰ ਗੇਨ ਕਰ ਰਿਹਾ, ਐਬਜ਼ੋਰਬ ਕਰ ਰਿਹਾ ਹੈ, ਠੀਕ ਹੈ ਨਾ। ਤਾਂ ਐਬਜ਼ੋਰਬ ਕਰ ਰਿਹਾ ਹੈ ਤਾਂ ਉਹਦਾ ਸਾਈਨ ਪੋਜ਼ੀਟਿਵ ਰਹੇਗਾ। ਔਰ ਐਵੇਂ ਦਾ ਕੋਈ ਇਲੈਕਟ੍ਰੋਨ ਨਹੀਂ ਹੈ ਜਿਹਨੂੰ એનર્ਜੀ ਨਹੀਂ ਚਾਹੀਦੀ ਬਾਹਰ ਨਿਕਲਣ ਲਈ। ਇਲੈਕਟ੍ਰੋਨ ਨੂੰ ਹਮੇਸ਼ਾ એનર્ਜੀ ਚਾਹੀਦੀ ਹੈ, ਕਿਉਂਕਿ એનર્ਜੀ ਕਿਉਂ ਚਾਹੀਦੀ ਹੈ? ਕਿਉਂਕਿ ਉਹਨੇ ਆਏ ਨੂੰ ਖਿੱਚ ਕੇ ਰੱਖ ਰਿਹਾ ਨਾ, ਤੈਨੂੰ ਉੱਧਰ ਜਾਣ ਲਈ ਤਾਕਤ ਚਾਹੀਦੀ ਹੈ। ਤਾਕਤ ਕਿੱਥੋਂ ਮਿਲ ਗਈ? ਕਿਸੇ ਵੀ ਫਾਰਮ 'ਚ ਮਿਲ ਸਕਦੀ ਹੈ, ਰੇਜ਼ ਦੀ ਫਾਰਮ 'ਚ, ਰੇਡੀਏਸ਼ਨ ਦੀ ਫਾਰਮ 'ਚ, ਠੀਕ ਹੈ। ਪਰ ਇਹਨੂੰ એનર્ਜੀ ਚਾਹੀਦੀ ਹੈ ਤਾਂ ਇਹ ਆਜ਼ਾਦ ਹੋਏਗਾ। ਤਾਂ એનર્ਜੀ ਅਬਜ਼ੋਰਬ ਕਰੇਗਾ, ਐਬਜ਼ੋਰਬ ਮਤਲਬ ਪੋਜ਼ੀਟਿਵ ਸਾਈਨ, ਠੀਕ ਹੈ। ਤਾਂ ਆਇਨਾਈਜ਼ੇਸ਼ਨ એનર્ਜੀ ਆਲਵੇਜ਼ ਪੋਜ਼ੀਟਿਵ, ਬ੍ਰੈਕਟ 'ਚ ਲਿਖ ਲਿਓ, ਐਬਜ਼ੋਰਬ ਹੁੰਦੀ ਹੈ ਇਹ, ਐਬਜ਼ੋਰਬ, ਠੀਕ ਹੈ। ਅੱਛਾ, ਹੁਣ ਮੰਨ ਲਓ ਕਿਸੇ ਦੀ ਆਇਨਾਈਜ਼ੇਸ਼ਨ એનર્ਜੀ ਹੈ 3 ਕਿਲੋ ਜਾਊਲ ਪਰ ਮੋਲ, ਔਰ ਕਿਸੇ ਦੀ ਹੈ 10 ਕਿਲੋ ਜਾਊਲ ਪਰ ਮੋਲ। ਕਿਹਦੇ 'ਚੋਂ ਇਲੈਕਟ੍ਰੋਨ ਕੱਢਣਾ ਸੌਖਾ ਹੈ? ਸੋਚੋ, ਇੱਕ ਇਲੈਕਟ੍ਰੋਨ ਨੂੰ 3 ਕਿਲੋ ਜਾਊਲ ਚਾਹੀਦੀ ਹੈ, ਯਾਨੀ ਕਿ ਉਹਨੂੰ ਨਿਊਕਲੀਅਸ 3 ਕਿਲੋ ਜਾਊਲ ਨਾਲ ਖਿੱਚ ਰਿਹਾ ਸੀ, ਤਾਂ ਉਹਨੂੰ 3 ਕਿਲੋ ਜਾਊਲ ਜੀ ਹੀ ਚਾਹੀਦੀ ਹੈ ਬਾਹਰ, ਦੂਜੀ ਡਾਇਰੈਕਸ਼ਨ 'ਚ ਜਾਣ ਲਈ, ਬਾਹਰ ਨਿਕਲਣ ਦੇ ਲਈ। ਇੱਕ ਨੂੰ ਨਿਊਕਲੀਅਸ 10 ਕਿਲੋ ਜਾਊਲ ਨਾਲ ਖਿੱਚ ਰਿਹਾ ਹੈ, ਤਾਂ ਉਹਨੂੰ 10 ਚਾਹੀਦੀ ਹੈ, ਯਾਨੀ ਕਿ ਉਹਨੂੰ ਜ਼ਿਆਦਾ ਔਖਾ ਹੈ ਉਹਦੇ ਲਈ ਬਾਹਰ ਨਿਕਲਣਾ, ਹੈ ਨਾ। ਤਾਂ ਜਿਹਦੀ ਆਇਨਾਈਜ਼ੇਸ਼ਨ એનર્ਜੀ ਜਿੰਨੀ ਘੱਟ ਹੋਏਗੀ ਉਨੀ ਆਰਾਮ ਨਾਲ ਇਲੈਕਟ੍ਰੋਨ ਬਾਹਰ ਨਿਕਲ ਜਾਏਗਾ, ਠੀਕ ਹੈ। ਉਨੀ ਆਰਾਮ ਨਾਲ ਇਲੈਕਟ੍ਰੋਨ ਲੂਜ਼ ਕਰ ਜਾਏਗਾ, ਠੀਕ ਹੈ ਨਾ। ਇਹ ਬਹੁਤ ਇੰਪੋਰਟੈਂਟ ਹੈ। ਜਿਵੇਂ ਕੱਲ੍ਹ ਵਾਲੇ ਲੈਕਚਰ 'ਚ ਅਸੀਂ ਇਹ ਡਿਸਕਸ ਕਰਾਂਗੇ ਆਇਨਾਈਜ਼ੇਸ਼ਨ એનર્ਜੀ ਦੇ ਫੈਕਟਰਸ, ਕਿਹੜੀ ਚੀਜ਼ਾਂ ਨਾਲ ਆਇਨਾਈਜ਼ੇਸ਼ਨ એનર્ਜੀ ਵੱਧਦੀ ਘਟਦੀ ਹੈ। ਉੱਥੇ ਬਹੁਤ ਕੁਐਸਚਨਸ ਇਹ ਚੀਜ਼ ਆਏਗੀ, ਤਾਂ ਫਟਾਫਟ ਇੱਕ ਪੁਆਇੰਟ ਲਿਖ ਲਓ। ਨੈਕਸਟ ਪੁਆਇੰਟ ਲਿਖੋ ਜਲਦੀ। ਸਮਾਲਰ ਦਾ ਵੈਲਿਊ ਆਫ ਆਇਨਾਈਜ਼ੇਸ਼ਨ એનર્ਜੀ, smaller the value of ionization energy, smaller the value of ionization energy, comma, easier it is to remove the electron from the atom. Smaller the value of ionization energy, easier it is to remove the electron from atom. ਜਿੰਨੀ ਘੱਟ એનર્ਜੀ ਲੱਗ ਰਹੀ ਹੈ ਇਲੈਕਟ੍ਰੋਨ ਕੱਢਣ ਦੇ ਲਈ ਉਹਨਾਂ ਸੌਖਾ ਹੋਏਗਾ, ਹੈ ਨਾ। ਬਹੁਤ ਸਿੰਪਲ ਜੀ ਗੱਲ ਹੈ। ਜਿਹੜੇ ਕੰਮ ਨੂੰ ਘੱਟ એનર્ਜੀ ਲੱਗ ਰਹੀ ਹੈ ਉਹ ਜਲਦੀ ਹੋ ਜਾਏਗਾ, ਕਿਉਂਕਿ ਘੱਟ એનર્ਜੀ ਆਰਾਮ ਨਾਲ ਅਬਜ਼ੋਰਬ ਹੋ ਜਾਂਦੀ ਹੈ। ਜਿਹ 'ਚ ਜ਼ਿਆਦਾ એનર્ਜੀ ਲੱਗ ਰਹੀ ਹੈ ਉਹ ਜਲਦੀ ਨਹੀਂ ਨਿਕਲੇਗਾ, ਠੀਕ ਹੈ। ਤਾਂ ਅਗਰ ਦੋ ਚੀਜ਼ਾਂ ਨੂੰ ਕੰਪੇਅਰ ਕਰ ਰਹੇ ਹਾਂ, ਇੱਕ ਦੀ ਆਇਨਾਈਜ਼ੇਸ਼ਨ એનર્ਜੀ ਜ਼ਿਆਦਾ ਹੈ ਤਾਂ ਉਸ ਤੋਂ ਇਲੈਕਟ੍ਰੋਨ ਕੱਢਣ 'ਚ ਟਾਈਮ ਲੱਗੇਗਾ, ਮੁਸ਼ਕਿਲ ਹੋਏਗੀ। ਜਿਹਦੀ ਆਇਨਾਈਜ਼ੇਸ਼ਨ એનર્ਜੀ ਘੱਟ ਹੈ ਉਸ 'ਚ ਇਲੈਕਟ੍ਰੋਨ ਬੜੇ ਆਰਾਮ ਨਾਲ ਨਿਕਲ ਜਾਏਗਾ,
ਇਹਨਾਂ ਪੁਆਇੰਟ ਨੋਟ ਕਰ ਲਿਆ ਜੀ। ਠੀਕ ਹੈ, ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਹੈ, ਸਾਰਾ ਲੈਕਚਰ ਧਿਆਨ ਨਾਲ, ਸਾਰੇ ਨੋਟਸ ਧਿਆਨ ਨਾਲ ਬਣਾਉਣੇ ਨੇ। ਇਸ ਤੋਂ ਨੈਕਸਟ ਆਪਾਂ ਕੱਲ੍ਹ ਦੀ ਕਲਾਸ 'ਚ ਡਿਸਕਸ ਕਰਦੇ ਹਾਂ ਜੀ। ਇਹਨੂੰ ਚੰਗੀ ਤਰ੍ਹਾਂ ਨਾਲ ਪੜ੍ਹ ਕੇ ਰੱਖੋ, ਫਿਰ ਆਪਾਂ ਨਾਲੇ ਹੁਣ ਤੋਂ ਬਾਅਦ ਇਹਦੀ DPPs ਵੀ ਸਟਾਰਟ ਹੋ ਜਾਣਗੀਆਂ, ਕਿਉਂਕਿ ਹੁਣ ਕੁਐਸਚਨਸ ਆਉਣੇ ਸ਼ੁਰੂ ਹੋ ਗਏ ਇਹਦੇ। ਠੀਕ ਹੈ, ਤਾਂ ਕੱਲ੍ਹ ਆਪਾਂ ਮਿਲਦੇ ਹਾਂ ਜੀ, ਕੱਲ੍ਹ ਸੇਮ ਟਾਈਮ 12:30 ਵਜੇ। ਥੈਂਕ ਯੂ ਸੋ ਮਚ।